तिस अंतर रवै हर नाम बाणी गुरु। गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचारसी। जे को गुरमुख होए। एह बाणी महापुरख की निज घर वासा होए। आसा महला चौथा। जिसनो तू जाना है सोई जन जाने। हर गुण सद ही आख वखाने। जिन हर सेविया तिन सुख पाया। सहज ही हर नाम समाया। तू आपे करता तेरा किया सब होए। तुद बिन दूजा अवर न कोए। तू कर कर वेखें जाने सोए। जन नानक गुरमुख परगट होए। तू कर कर वेखें जाने सोए। जन नानक गुरमुख परगट होए। वाहिगुरु जी का खालसा वाहिगुरु जी की फतेह। आसा महला चौथा। जिसनों तू जाना है सोई जन जाने। हर गुण सद ही आख वखाने। इस शब्द दे दो अंतले पदियां दा पाठ अज आप जी ने सरवण किया है। इस बाणी दी विचार प्रिंसीपल हरभजन सिंह जी, साहबजादा जुझार सिंह गुरमत मिशनरी कॉलेज
ਜਨਤਾ ਰੋਪੜ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਜੋ ਪਹਿਲੇ ਸਿੱਖ ਬਾਦਸ਼ਾਹ ਹੋਏ ਨੇ, ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਦੇ ਛੋਟੇ ਜਿਹੇ ਬੱਚੇ ਦਾ ਕਾਲਜਾ ਕੱਢ ਕੇ, ਦਿਲ ਕੱਢ ਕੇ ਪਿਤਾ ਦੇ ਮੂੰਹ ਵਿੱਚ ਪਾਇਆ ਗਿਆ ਸੀ। ਅੱਜ ਅਸੀਂ ਹਾਲੀਵੁੱਡ, ਬਾਲੀਵੁੱਡ ਇਹਨਾਂ ਐਕਟਰਾਂ ਨੂੰ ਜਾਣਦੇ ਹਾਂ, ਪਰ ਇਹੋ ਜਿਹੇ ਲੋਕ ਅੱਜ ਸਾਡੇ ਪਦ ਪ੍ਰਦਰਸ਼ਕ ਬਣ ਚੁੱਕੇ ਨੇ। ਦਾਸ ਬਹੁਤ ਵਾਰੀ ਬੇਨਤੀ ਕਰਦਾ ਹੈ ਕਿ ਇਹ ਰੀਲ ਦੇ ਹੀਰੋ ਨੇ। ਇਹਨਾਂ ਦੇ 6 ਗੋਲੀਆਂ ਦੇ ਪਿਸਤੌਲ 'ਚੋਂ 7, 8, 9, 10, 11, 12 ਵੀ ਨਿਕਲ ਜਾਂਦੀਆਂ ਨੇ, ਪਰ ਜਿਹੜੇ ਰੀਅਲ ਹੀਰੋ ਨੇ ਸਾਡੇ, ਉਹ ਸਾਡੇ ਕੌਮ ਦੇ ਸ਼ਹੀਦ ਹਨ, ਜਿਨ੍ਹਾਂ ਦੇ ਸਿਰ ਤੇ ਖਾਲਸਾ ਪੰਥ ਅੱਜ ਚੜ੍ਹਦੀ ਕਲਾ ਵਿੱਚ ਹੈ। ਜੇ ਸਿੱਖੀ ਦੀ ਐਕਟਿੰਗ ਕਰਨੀ ਹੈ ਫਿਰ ਤੁਸੀਂ ਫਿਲਮਾਂ ਤੋਂ ਸਿੱਖ ਲਓ, ਪਰ ਜੇ ਸਿੱਖੀ ਜੀਵਨ ਜਿਉਣਾ ਹੈ ਤਾਂ ਫਿਰ ਤੁਹਾਨੂੰ ਆਪਣੇ ਸ਼ਹੀਦਾਂ ਦਾ ਸਨਮਾਨ ਕਰਨਾ ਹੋਏਗਾ। ਉਹਨਾਂ ਦੀਆਂ ਸ਼ਹਾਦਤਾਂ ਨੂੰ ਸਤਿਕਾਰ, ਅਦਬ ਭੇਟਾ ਕਰਨਾ ਹੋਏਗਾ। ਉਹਨਾਂ ਦੇ ਸ਼ਹੀਦੀ ਜੋੜ ਮੇਲੇ ਮਨਾਉਣੇ ਹੋਣਗੇ। ਅਸੀਂ ਬਹਾਦਰਾਂ ਦੀ ਕੌਮ, ਨਚਾਰਾਂ ਦੀ ਕੌਮ ਬਣ ਗਏ। ਮੇਰੀ ਗੱਲ ਕੌੜੀ ਬਹੁਤ ਹੋਏਗੀ। ਅੱਜ ਲੋਕ ਸਾਨੂੰ ਏਅਰਪੋਰਟ 'ਤੇ ਵੇਖ ਕੇ 2 ਉਂਗਲਾਂ ਤਾਂ ਨੂੰ ਚੁੱਕਦੇ ਨੇ ਵੀ ਨੱਚੀਏ ਆਪਾਂ। ਇਸ ਤੋਂ ਵੱਧ ਸਾਡੀ ਕੀ ਬੇਇੱਜ਼ਤੀ ਹੋ ਸਕਦੀ ਹੈ? ਸੂਰਮਿਆਂ ਦੀ, ਬਹਾਦਰਾਂ ਦੀ, ਜਰਨੈਲਾਂ ਦੀ ਕੌਮ ਸਾਬਤ ਕੀਤਾ ਜਾ ਰਿਹਾ ਹੈ ਵੀ ਇਹ ਮਸ਼ਕਰਿਆਂ ਦੀ ਕੌਮ ਹੈ, ਚੁਟਕਲੇ ਸੁਣਾਉਣ ਵਾਲਿਆਂ ਦੀ, ਨੱਚਣ ਗਾਉਣ ਵਾਲਿਆਂ ਦੀ ਕੌਮ ਹੈ। ਦਰਦ ਬਹੁਤ ਹੈ, ਸਿੱਖੀ ਦਾ ਦਰਦ ਸਾਡੇ ਸਿਰ 'ਤੇ ਇੰਨਾ ਹੈ, ਪੀੜ ਬੜੀ ਹੈ, ਪਰ ਇਹ ਸਾਰਾ ਕੁਝ ਡਰਾਮੇਬਾਜ਼ੀ ਤੋਂ ਵੱਧ ਕੁਛ ਵੀ ਨਹੀਂ ਹੈਗਾ। ਸੋ ਆਓ ਵਾਪਸ ਮੁੜ ਗਏ ਆਪਾਂ, ਆਪਣੇ ਇਤਿਹਾਸ ਨੂੰ ਪੜ੍ਹੀਏ, ਆਪਣੀ ਵਿਰਾਸਤ ਨੂੰ ਸੰਭਾਲੀਏ। ਏਡਾ ਵੱਡਾ ਰਾਜਾ ਇਸ ਧਰਤੀ ਤੇ ਕੋਈ ਨਹੀਂ ਹੋਇਆ ਜਿੰਨੇ ਹੱਕ ਹਕੂਕ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੇ ਨੇ, ਅੱਜ ਕੋਈ ਸਰਕਾਰ ਨਹੀਂ ਦੇ ਸਕਦੀ। ਸੋ ਅੱਜ ਉਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਹਾੜਾ, ਉਹਨਾਂ ਦੇ ਸ਼ਹੀਦੀ ਅਸਥਾਨ 'ਤੇ ਜੋ ਮਹਿਰੌਲੀ ਵਿੱਚ ਹੈ, ਅੱਜ ਉੱਥੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਥਾਪਿਤ ਹੈ। ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਜ ਹੀ ਸ਼ਾਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾਇ ਵੱਲੋਂ ਮਹਿਰੌਲੀ ਦੇ ਵਿੱਚ ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੈ, ਉੱਥੇ ਸਮਾਗਮ ਹੋ ਰਹੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਆਪ ਜੀ ਕੋਈ ਵੀ ਸੇਵਾ ਭੇਜ ਸਕਦੇ ਹੋ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧि ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋਂ ਆਸਾ ਕੀ ਵਾਰ ਬਾਣੀ ਦੇ ਕੀਰਤਨ ਤੋਂ ਉਪਰੰਤ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਜੋ ਲੜੀਵਾਰ ਵਿਆਖਿਆ ਚੱਲ ਰਹੀ ਹੈ ਉਸ ਵਿੱਚੋਂ ਸੋ ਪੁਰਖ ਸਿਰਲੇਖ ਹੇਠ ਦੂਸਰੇ ਸ਼ਬਦ ਗੁਰੂ ਰਾਮਦਾਸ ਪਿਤਾ ਜੀ ਦੇ ਉਚਾਰਨ ਕੀਤੇ ਹੋਏ ਉਸ ਵਿੱਚੋਂ ਅਖੀਰਲੇ 2 ਪਦਿਆਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਜਿਸ ਦੀ ਆਪਾਂ ਵਿਚਾਰ ਕਰਨੀ ਹੈ। ਜਿਵੇਂ ਕਿ ਭਾਈ ਸਾਹਿਬ ਜੀ ਹੋਰਾਂ ਨੇ ਦੱਸਿਆ ਹੈ ਕਿ ਅੱਜ ਉਸ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸ਼ਹੀਦੀ ਦਿਵਸ ਸੰਬੰਧੀ ਵਿੱਚ ਵੀ ਵਿਚਾਰਾਂ ਕਰਨੀਆਂ ਨੇ। ਸਾਰੀਆਂ ਸੰਗਤਾਂ ਗੁਰਫਤਿਹ ਰਾਹੀਂ ਪਿਆਰ ਭਰੀ ਅਸੀਸ ਬਖਸ਼ਿਸ਼ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਦੀ ਆਪਾਂ ਅੱਜ ਵਿਚਾਰ ਕਰਨੀ ਹੈ, ਇਸ ਸ਼ਬਦ ਦਾ ਜੋ ਰਹਾਉ ਵਾਲਾ ਪਦਾ ਹੈ, ਕਿਉਂਕਿ
ਰਹਾਉ ਵਾਲੇ ਪਦੇ ਦੀ ਹੀ ਵਿਆਖਿਆ ਜਿਹੜੀ ਹੈ ਬਾਕੀ ਜਿਹੜੇ ਪਦੇ ਨੇ ਉਹ ਵਿਸਤਾਰ ਨਾਲ ਕਰਦੇ ਨੇ। ਰਹਾਉ ਵਾਲੇ ਪਦੇ ਵਿੱਚ ਮੇਰੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਨੇ ਫਰਮਾਇਆ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਇਹ ਰਹਾਉ ਵਾਲਾ ਪਦਾ ਹੈ। ਤੇ ਅੱਜ ਜਿਸ ਪਦੇ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ, ਤੀਸਰਾ ਪਦਾ, ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਮੇਰੇ ਗੁਰੂਦੇਵ ਪਿਤਾ ਜੀ ਫਰਮਾਉਂਦੇ ਨੇ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਤੁਸੀਂ ਆਪ ਸੂਝ ਬਖਸ਼ਿਸ਼ ਕਰਦੇ ਹੋ, ਸੂਝ ਬੂਝ ਬਖਸ਼ਿਸ਼ ਕਰਦੇ ਹੋ, ਜਿਸ ਨੂੰ ਤੂੰ ਜਾਣਾਏ ਹੈ, ਸੋਈ ਦਾ ਅਰਥ ਹੈ ਉਹੀ ਮਨੁੱਖ, ਉਹ ਜੀਵ ਜਿਹੜਾ ਹੈ ਗੁਰਮਤ ਦੇ ਮਾਰਗ ਦਾ ਪਾਂਧੀ ਬਣ ਕੇ ਉਸ 'ਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਸੋਈ ਜਨ ਜਾਣੈ, ਉਹ ਤੇਰਾ ਸੇਵਕ ਬਣ ਜਾਂਦਾ ਹੈ ਅਤੇ ਉਸ ਨੂੰ ਇਹ ਸਮਝ ਆ ਜਾਂਦੀ ਹੈ ਵੀ ਕਿਸ ਮਾਰਗ 'ਤੇ ਤੁਰ ਕੇ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਤੁਹਾਡੇ ਨਾਲ ਇੱਕ ਲੀਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਜਿਸ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤਾਂ ਵਿੱਚ ਮਨਾਇਆ ਜਾ ਰਿਹਾ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਜਿਹੜਾ ਹੈ ਰਿਆਸਤ ਪੁੰਛ, ਅਤੇ ਉਸ ਰਿਆਸਤ ਪੁੰਛ ਵਿੱਚ ਇੱਕ ਪਿੰਡ ਦਾ ਨਾਂ ਹੈ ਰਜੌਰੀ, ਜੋ ਅੱਜ ਵੀ ਹੈ ਜੰਮੂ ਕਸ਼ਮੀਰ ਸਟੇਟ ਵਿੱਚ ਇਹ ਪੈਂਦਾ ਹੈ। ਇਹ ਰਾਜਪੂਤ ਸਨ। ਇਹਨਾਂ ਦੇ ਪਿਤਾ ਜੀ ਦਾ ਨਾਂ ਇਤਿਹਾਸਕਾਰਾਂ ਨੇ ਰਾਮਦੇਵ ਦੱਸਿਆ। ਬਚਪਨ ਵਿੱਚ ਹੀ ਜਿਵੇਂ ਇਹਨਾਂ ਦੇ ਪਿਤਾ ਜੀ ਸ਼ਿਕਾਰ ਕਰਦੇ ਸਨ, ਘੁੜਸਵਾਰੀ ਕਰਦੇ ਸਨ, ਨਾਲ ਨਾਲ ਆਪਣੇ ਪਿਤਾ ਜੀ ਦੇ ਜੋ ਵੀ ਕੰਮ ਕਾਜ ਕਰਦੇ ਸਨ ਉਹਦੇ ਵਿੱਚ ਵੀ ਨਾਲ ਹੱਥ ਵੰਡਾਉਂਦੇ ਸਨ। ਪਰ ਜ਼ਿਆਦਾ ਸ਼ੌਕ ਇਹਨਾਂ ਦਾ ਇਹੀ ਸੀ ਸ਼ਿਕਾਰ ਕਰਨਾ। ਅਤੇ ਕਹਿੰਦੇ ਨੇ ਜਦੋਂ ਜੀਵਨ ਅੰਦਰ ਤਬਦੀਲੀ ਆਉਣੀ ਹੋਵੇ, ਜਦੋਂ ਜੀਵਨ ਅੰਦਰ ਪਰਿਵਰਤਨ ਆਉਣਾ ਹੋਵੇ ਤੇ ਪਤਾ ਨਹੀਂ ਉਹ ਕਿਹੜੀ ਘੜੀ ਹੈ ਜਦੋਂ ਆ ਜਾਂਦਾ ਹੈ। ਸ਼ਿਕਾਰ ਕਰਨ ਗਏ ਇਹਨਾਂ ਨੇ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਤੇ ਕਹਿੰਦੇ ਨੇ ਜਦੋਂ ਸ਼ਿਕਾਰ ਕੀਤਾ ਤੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਦੇ ਜਿਹੜੇ ਗਰਭ ਵਿੱਚ 2 ਬੱਚੇ ਸਨ ਉਹ ਤੜਫ ਤੜਫ ਕੇ ਇਹਨਾਂ ਨੇ ਮਰਦੇ ਹੋਏ ਵੇਖੇ। ਇੱਥੋਂ ਫਿਰ ਇਹਨਾਂ ਨੂੰ ਬੈਰਾਗ ਪੈਦਾ ਹੋ ਗਿਆ। ਤਾਂ ਹੀ ਅੱਜ ਵੀ ਤੁਸੀਂ ਕਈ ਅੱਜ ਬਾਬਾ ਬੰਦਾ ਸਿੰਘ ਜੀ ਨੇ ਨਾਲ ਬੈਰਾਗੀ ਸ਼ਬਦ ਵੀ ਜੋੜਦੇ ਨੇ। ਪਰ ਮੈਂ ਅੱਗੇ ਚੱਲ ਕੇ ਇਸ ਗੱਲ ਦਾ ਖੁਲਾਸਾ ਕਰਾਂ ਕਿ ਗੁਰਮਤਿ ਵਿੱਚ ਵੈਰਾਗ ਅਤੇ ਜੋ ਅਨਮਤ ਵਿੱਚ ਵੈਰਾਗ ਹੈ ਉਹਦੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ। ਤੇ ਕਹਿੰਦੇ ਨੇ ਇਹ ਘਰ ਘਾਟ ਛੱਡ ਕੇ ਤੇ ਇਹ ਫਿਰ ਸੱਚੇ ਗੁਰੂ ਦੀ ਭਾਲ ਵਿੱਚ ਇਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀ ਲਛਮਣ ਦਾਸ ਸੀ, ਜੋ ਮਾਤਾ ਪਿਤਾ ਨੇ ਰੱਖਿਆ ਸੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਉਮਰ ਕਰਕੇ ਇਹ 4 ਸਾਲ ਛੋਟੇ ਨੇ। 1666 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਤੇ ਇਹਨਾਂ ਦਾ ਜਨਮ 1670 ਵਿੱਚ ਹੋਇਆ ਹੈ। ਉਮਰ ਕਰਕੇ ਕੇਵਲ 4 ਸਾਲ ਦਾ ਫਰਕ ਬਣਦਾ ਹੈ। ਇਹ ਜਦੋਂ ਉੱਥੋਂ ਤੁਰੇ
ਸਭ ਤੋਂ ਪਹਿਲਾਂ ਇਹਨਾਂ ਨੂੰ ਜਿਹੜੇ ਉੱਥੇ ਮਿਲੇ ਜਾਨਕੀ ਦਾਸ, ਜਿਨ੍ਹਾਂ ਨੂੰ ਇਹਨਾਂ ਨੇ ਆਪਣਾ ਗੁਰੂ ਬਣਾਇਆ, ਲਛਮਣ ਦਾਸ ਜੀ ਹੋਰਾਂ ਨੇ। ਤੇ ਇਹ ਜਿਹੜੀ ਹੈ ਪ੍ਰਥਾ ਪ੍ਰਚਲਿਤ ਹੈ ਵੀ ਜਦੋਂ ਵੀ ਕੋਈ ਕਿਸੇ ਨੂੰ ਗੁਰੂ ਬਣਾਉਂਦਾ ਹੈ ਤੇ ਇਹ ਉਹਦਾ ਨਾਮ ਹੀ ਤਬਦੀਲ ਕਰ ਦਿੰਦਾ ਹੈ। ਲਛਮਣ ਦਾਸ ਤੋਂ ਨਾਮ ਇਹਨਾਂ ਦਾ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ। ਮੈਂ ਬੇਨਤੀ ਕਰ ਰਿਹਾ, ਇਹਨਾਂ ਪੰਕਤੀਆਂ ਤੇ ਆਪਾਂ ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਾਨਕੀ ਦਾਸ ਜੀ ਪਾਸ ਕੁਝ ਸਮਾਂ ਰਹੇ, ਉਹਨਾਂ ਕੋਲੋਂ ਜੋ ਇਹਨਾਂ ਨੇ ਸਿੱਖਣਾ ਸੀ ਸਿੱਖਿਆ, ਪਰ ਇਹਨਾਂ ਦੇ ਮਨ ਦੀ ਤਸੱਲੀ ਨਾ ਹੋਈ, ਮਨ ਟਿਕਾ ਵਿੱਚ ਨਹੀਂ ਆਇਆ। ਸੱਚ ਜਾਣਿਓ, ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ, ਤਾਂ ਹੀ ਤੇ ਗੁਰਬਾਣੀ ਵਿੱਚ ਪੂਰਾ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ? ਪੂਰਾ ਗੁਰੂ ਹੈ ਕੌਣ? ਤੇ ਐਸੇ ਗੁਰੂ ਦੇ ਮਿਲਾਪ ਸਦਕਾ ਪ੍ਰਾਪਤ ਕੀ ਕੁਝ ਹੁੰਦਾ ਹੈ? ਸੁਖਮਨੀ ਸਾਹਿਬ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਾਨਕੀ ਦਾਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਹੋਰ ਜ਼ਿੰਦਗੀ ਵਿੱਚ ਦੂਜਾ ਗੁਰੂ ਧਾਰਨ ਕੀਤਾ, ਜਿਹਦਾ ਨਾਮ ਇਤਿਹਾਸਕਾਰਾਂ ਨੇ ਰਾਮਦਾਸ ਦੱਸਿਆ। ਉੱਥੇ ਵੀ ਕੁਝ ਸਮਾਂ ਇਹਨਾਂ ਨੇ ਬਤੀਤ ਕੀਤਾ, ਪਰ ਤਸੱਲੀ ਉੱਥੇ ਵੀ ਨਾ ਹੋਈ। ਅੱਜ ਜਦੋਂ ਪਿੱਛੇ ਲੜੀਵਾਰ ਭੱਟ ਸਾਹਿਬਾਨਾਂ ਦੇ ਸਵਈਆਂ ਦੀ ਵਿਆਖਿਆ ਚੱਲ ਰਹੀ ਸੀ, ਭੱਟਾਂ ਦਾ ਵੀ ਇਹੀ ਇਤਿਹਾਸ ਹੈ। 11 ਭੱਟ ਸਾਹਿਬਾਨ ਸੱਚੇ ਗੁਰੂ ਦੀ ਭਾਲ ਵਿੱਚ ਨਿਕਲੇ ਹੋਏ ਨੇ, ਤੇ ਉਹਨਾਂ ਦੀ ਜਿਹੜੀ ਲਿਖਤ ਹੈ, ਬਾਣੀ ਹੈ, ਉਹਦੇ ਵਿੱਚ ਉਹਨਾਂ ਨੇ ਉਸ ਸੱਚ ਨੂੰ ਬਿਆਨ ਕੀਤਾ ਹੈ। ਬੜੇ ਵੇਖੇ, ਇੱਕ ਸਾਲ ਉਹਨਾਂ ਨਾਲ ਰਹਿ ਕੇ ਵੇਖ ਲਿਆ, ਪਰ ਤਸੱਲੀ ਨਾ ਹੋਈ। ਕਹਿੰਦੇ ਕੁਝ ਨੇ ਪਰ ਕਰਦੇ ਕੁਝ ਨੇ, ਕਥਨੀ ਅਤੇ ਕਰਨੀ ਵਿੱਚ ਜ਼ਮੀਨ ਤੇ ਆਸਮਾਨ ਦਾ ਅੰਤਰ ਹੈ। ਤੇ ਫਿਰ ਗੁਰੂ ਅਮਰਦਾਸ ਪਿਤਾ ਜੀ ਦੀ ਵਡਿਆਈ ਵਿੱਚ ਜਿਹੜੇ ਸਵਈਏ ਉਚਾਰਨ ਕੀਤੇ ਨੇ ਭੱਟ ਸਾਹਿਬਾਨਾਂ ਨੇ, ਉਹਨਾਂ ਵਿੱਚੋਂ ਇੱਕ ਸਵਈਆ, ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀ ਹੀ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹੋਂ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਇੱਕ ਸਾਲ, ਤੇ ਇਹ ਸੱਚ ਹੈ ਅੱਜ ਵੀ। ਰਾਹ ਪਿਆਂ ਜਾਂ ਵਾਹ ਪਿਆਂ ਜਾਣਿਆ ਜਾ ਸਕਦਾ ਫਲਾਣਾ ਬੰਦਾ ਕਿਹੋ ਜਿਹਾ ਹੈ, ਜਾਂ ਤੇ ਉਹਦੇ ਨਾਲ ਤੁਸੀਂ ਕੁਝ ਸਫ਼ਰ ਕਰੋ, ਜਾਂ ਉਹਦੇ ਨਾਲ ਤੁਹਾਡਾ ਵਾਹ ਪਵੇ, ਲੈਣ ਦੇਣ ਹੋਵੇ, ਉਹਦੇ ਨਾਲ ਗੱਲਬਾਤ ਕਰਨ ਦਾ ਸਮਾਂ ਤੁਹਾਨੂੰ ਮਿਲੇ, ਫਿਰ ਤੁਸੀਂ ਉਸ ਬਾਰੇ ਤੇ ਉਹ ਤੁਹਾਡੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਲਛਮਣ ਮਾਧੋ ਦਾਸ ਜੀ ਜਾਨਕੀ ਦਾਸ ਜੀ ਨੂੰ ਛੱਡਿਆ, ਰਾਮਦਾਸ ਜੀ ਕੋਲ ਚਲੇ ਗਏ। ਉੱਥੇ ਤਸੱਲੀ ਨਾ ਹੋਈ, ਫਿਰ ਔਗੜਨਾਥ ਕੋਲ ਚਲੇ ਗਏ, ਜਿੱਥੋਂ ਇਹਨਾਂ ਨੇ ਤਾਂਤਰਿਕ ਵਿਦਿਆ ਵੀ ਆਦਿ ਜੋ ਲਿਖਿਆ ਮਿਲਦਾ ਇਤਿਹਾਸ ਵਿੱਚ, ਉਹ ਵਿਦਿਆ ਪ੍ਰਾਪਤ ਕੀਤੀ ਔਗੜਨਾਥ ਕੋਲੋਂ। ਤੇ ਫਿਰ ਇਹ ਵਿਦਿਆ ਸਿੱਖਣ ਤੋਂ ਬਾਅਦ ਇਹ ਗੋਦਾਵਰੀ ਦੇ ਕੰਢੇ ਤੇ, ਅੱਜ ਵੀ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੋਦਾਵਰੀ ਦੇ ਬਿਲਕੁਲ ਕੰਢੇ ਤੇ, ਜਿੱਥੇ ਮੇਰੇ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਇਸ ਮਾਧੋ ਦਾਸ ਦੇ ਨਾਲ ਮੁਲਾਕਾਤ ਕੀਤੀ। ਫਿਰ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿ ਜੋ ਤਾਂਤਰਿਕ ਵਿਦਿਆ ਸਿੱਖੀ ਸੀ, ਜੋ ਵੀ ਰਿੱਧੀਆਂ ਸਿੱਧੀਆਂ ਜਿਹਨੂੰ ਆਪਾਂ ਕਹਿੰਦੇ ਆ, ਕਿਉਂਕਿ ਗੁਰਬਾਣੀ ਵਿੱਚ ਸਤਿਗੁਰਾਂ ਨੇ ਜੀਵਨ ਮਨੋਰਥ ਦੀ ਜਿਹੜੀ ਵਿਆਖਿਆ ਕੀਤੀ ਹੈ, ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ ਨਹੀਂ ਹੈ। ਤੁਸੀਂ ਅੱਜ ਜਦੋਂ ਲੜੀਵਾਰ ਵਿਆਖਿਆ ਚੱਲ ਰਹੀ ਹੈ, ਸ੍ਰੀ ਰਾਗ ਆਰੰਭ ਹੋਵੇਗਾ ਨਾ, ਤੇ ਪਹਿਲਾ ਸ਼ਬਦ ਜਿਹੜਾ ਹੈ
ਪਹਿਲੇ ਸ਼ਬਦ ਦੇ ਤੀਸਰੇ ਪਦੇ ਵਿੱਚ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਉ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿਤ ਨਾ ਆਵੇ ਨਾਉ। ਸਤਿਗੁਰੂ ਜੇ ਮੈਨੂੰ ਇਹ ਦਾਤਾਂ ਮਿਲ ਵੀ ਜਾਣ, ਮੈਂ ਸੁਚੇਤ ਰਹਿਣਾ ਚਾਹੁੰਦਾ ਹਾਂ, ਦਾਤਾਂ ਦੇ ਦੇ, ਮੈਨੂੰ ਵੱਡਾ ਸਿੱਧ ਬਣਾ ਦੇ, ਰਿੱਧੀਆਂ ਸਿੱਧੀਆਂ ਮੇਰੀ ਝੋਲੀ ਵਿੱਚ ਪਾ ਦੇ, ਗੁਪਤ ਹੋ ਜਾਵਾਂ, ਕਦੀ ਪ੍ਰਗਟ ਹੋ ਜਾਵਾਂ, ਪਰ ਤੈਨੂੰ ਨਾ ਭੁੱਲਾਂ। ਤੇ ਜਪਜੀ ਸਾਹਿਬ ਵਿੱਚ ਵੀ ਆਪਾਂ ਜਿਹੜੀਆਂ ਆਦੇਸ਼ ਵਾਲੀਆਂ ਪੌੜੀਆਂ, ਉਹਦੇ ਵਿੱਚ ਵੀ ਰਿੱਧ ਸਿੱਧ ਅਵਰਾ ਸਾਧ ਇਹਨੂੰ ਕਿਹਾ, ਇਹ ਫਿੱਕਾ ਸਵਾਦ ਹੈ। ਹੋਰ ਸਾਧ ਸਭ ਫਿੱਕਿਆ, ਤਨ ਮਨ ਫਿੱਕਾ ਹੋਏ, ਵਿਨ ਪਰਮੇਸ਼ਰ ਜੋ ਕਰੇ, ਫਿੱਟ ਸੋ ਜੀਵਨ ਸੋਏ। ਇਹਨਾਂ ਰਿੱਧੀਆਂ ਸਿੱਧੀਆਂ ਤਾਂਤਰਿਕ ਵਿਦਿਆ ਦੇ ਸਹਾਰੇ ਹੁਣ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ? ਧਰਮ ਦੇ ਮਾਰਗ ਦੇ ਜਿਹੜੇ ਪੰਥੀ ਹੁੰਦੇ ਨੇ, ਉਹ ਕਿਸੇ ਦਾ ਤਿਰਸਕਾਰ ਨਹੀਂ ਕਰਦੇ, ਕਿਸੇ ਦਾ ਨਿਰਾਦਰ ਨਹੀਂ ਕਰਦੇ, ਕਿਸੇ ਨੂੰ ਅਪਸ਼ਬਦ ਵੀ ਨਹੀਂ ਬੋਲਦੇ। ਤੇ ਜੇ ਕਿਸੇ ਨੇ ਇਹਨਾਂ ਦੇ ਉੱਥੇ ਬਣਾਏ ਹੋਏ ਗੋਦਾਵਰੀ ਦੇ ਕੰਢੇ ਤੇ ਡੇਰੇ ਤੇ ਜਾਣਾ, ਇਹਨਾਂ ਨੇ ਆਪਣੀਆਂ ਉਹਨਾਂ ਤਾਕਤਾਂ ਰਾਹੀਂ ਉਹਨਾਂ ਦਾ ਮੌਜੂ ਉਡਾਣਾ। ਜਿਹੜੇ ਇਹਨਾਂ ਦੇ ਚੇਲੇ ਚਾਟੜ ਸਨ, ਉਹਨਾਂ ਨੇ ਹੱਸਣਾ। ਐਸਾ ਇਹ ਕਰਦੇ ਸਨ, ਪਰ ਇਹ ਕੋਈ ਧਰਮ ਦਾ ਮਾਰਗ ਨਹੀਂ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਮੰਨਣ ਵਾਲੀਆਂ ਪੌੜੀਆਂ ਮੰਨੈ, ਮੱਗ ਨਾ ਚੱਲੈ ਪੰਥ ਮੰਨੈ, ਧਰਮ ਸੇਤੀ ਸੰਬੰਧ। ਪ੍ਰਭੂ ਦਾ ਨਾਮ ਮੰਨਣ ਕਰਕੇ ਹੀ, ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾਨ ਕਰਕੇ ਹੀ ਧਰਮ ਸੇਤੀ ਦਾ ਅਰਥ ਹੈ ਨਾਲ, ਧਰਮ ਦੇ ਨਾਲ ਸਾਡਾ ਸੰਬੰਧ ਬਣ ਜਾਂਦਾ ਹੈ, ਰਿਸ਼ਤਾ ਜੁੜ ਜਾਂਦਾ ਹੈ। ਸੰਬੰਧੀ ਰਿਸ਼ਤੇਦਾਰ ਨੂੰ ਕਹਿੰਦੇ ਨੇ, ਅਸੀਂ ਧਰਮ ਦੇ ਰਿਸ਼ਤੇਦਾਰ ਬਣ ਜਾਂਦੇ ਹਾਂ। ਜਦੋਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ 1708 ਵਿੱਚ ਉੱਥੇ ਜਾ ਕੇ, ਸਤੰਬਰ ਦਾ ਮਹੀਨਾ ਜੋ ਇਤਿਹਾਸਕਾਰਾਂ ਨੇ ਲਿਖਿਆ, ਉੱਥੇ ਜਦੋਂ ਮਿਲਾਪ ਹੁੰਦਾ, ਕਲਗੀਆਂ ਵਾਲੇ ਪਾਤਸ਼ਾਹ ਗਏ, ਜੋ ਇਹਨਾਂ ਨੇ ਪਲੰਗ ਉੱਥੇ ਡਾਇਆ ਹੋਇਆ ਸੀ। ਸਤਿਗੁਰੂ ਜੀ ਉੱਥੇ ਜਾ ਕੇ ਆਪ ਬੈਠ ਜਾਂਦੇ ਨੇ, ਤੇ ਜਿਹੜੇ ਸਿੱਖ ਸਨ ਨਾਲ, ਭਾਈ ਦਇਆ ਸਿੰਘ ਜੀ ਨਾਲ ਨੇ, ਭਾਈ ਧਰਮ ਸਿੰਘ ਜੀ ਵੀ ਨਾਲ ਨੇ, ਹੋਰ ਗੁਰੂ ਕੇ ਅਨੇਕਾਂ ਸਿੱਖ, ਭਾਈ ਵਿਨੋਦ ਸਿੰਘ ਜੀ, ਭਾਈ ਬਾਦ ਸਿੰਘ ਜੀ, ਭਾਈ ਆਲਤ, ਜਿਹੜੇ ਨਾਲ ਤੋਂ 5 ਤੋਰੇ ਵੀ, ਉਹ ਵੀ ਨਾਲ ਨੇ, ਹੋਰ ਵੀ ਕਈ ਨੇ। ਉਹਨਾਂ ਨੇ ਉੱਥੇ ਬਾਗ ਵਿੱਚ ਜਿਹੜੇ ਫਲ ਵਗੈਰਾ ਲੱਗੇ ਸਨ, ਉਹ ਵੀ ਖਾਧੇ ਸਿੱਖਾਂ ਨੇ। ਪਹਿਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੋ ਮਾਧੋ ਦਾਸ ਬੈਰਾਗੀ ਸੀ, ਇਹ ਬਾਅਦ ਵਿੱਚ ਆ ਪਾਉਂਦਾ ਸੀ। ਪਹਿਲਾਂ ਤੇ ਇਹਦੇ ਚੇਲੇ ਚਾਟੜੇ ਹੀ ਕਾਫੀ ਹੱਦ ਤੱਕ ਉੱਥੇ ਆਏ ਗਏ ਨੂੰ ਬੇਇੱਜ਼ਤ ਕਰ ਦਿੰਦੇ ਸਨ। ਜਦੋਂ ਉਹਨਾਂ ਨੇ ਵੇਖਿਆ ਵੀ ਇਹ ਜਿਸ ਪਲੰਗ ਤੇ ਮਾਧੋ ਦਾਸ ਜੀ ਬੈਠਦੇ ਨੇ, ਅੱਜ ਵੀ ਸਾਡੇ ਸਿੱਖ ਜਗਤ ਅੰਦਰ ਵੀ ਐਸਾ ਹੈ, ਜਿੱਥੇ ਕੋਈ ਉਹ ਬਹਿੰਦਾ ਹੈ, ਆਪਾਂ ਉਸ ਨੂੰ ਕਹਿੰਦੇ ਹਾਂ ਵੀ ਉੱਥੇ ਕੋਈ ਦੂਜਾ ਨਾ ਬੈਠੇ। ਵੈਸੇ ਗੁਰਮਤਿ ਵਿੱਚ ਐਸਾ ਹੈ ਨਹੀਂ, ਕਿਸੇ ਖਾਸ ਕਰਕੇ ਕੋਈ ਵਿਸ਼ੇਸ਼, ਕਿਸੇ ਦਾ ਖਾਸ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਐਸਾ ਬਿਲਕੁਲ ਨਹੀਂ ਹੁੰਦਾ। ਉਹਨਾਂ ਨੂੰ ਗੁੱਸਾ ਚੜ੍ਹ ਗਿਆ ਵੀ ਇਹ ਸਾਡੇ ਮਾਧੋ ਦਾਸ ਬੈਰਾਗੀ ਦੇ ਤਖਤ ਤੇ ਬੈਠਣ ਵਾਲੇ ਇਹ ਕੌਣ ਹੁੰਦੇ ਨੇ। ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਮੇਰਾ ਗੁਰਦੇਵ ਪਿਤਾ ਜਿਹੜਾ ਬੇਪਤ ਨੇ, ਉਹਨਾਂ ਦੀ ਪੱਤ ਢੱਕਣ ਵਾਲੇ ਨੇ, ਗੁਰੂ ਕੇ ਪਿਆਰ ਵਾਲਿਓ, ਉਹਨਾਂ ਨੂੰ ਬੇਪਤ ਕੌਣ ਕਰ ਸਕਦਾ ਹੈ। ਸਤਿਗੁਰੂ ਨੇ ਜ਼ੋਰ ਲਗਾ ਲਿਆ। ਬਾਅਦ ਵਿੱਚ ਉਹਨਾਂ ਨੇ ਫਿਰ ਮਾਧੋ ਦਾਸ ਬੈਰਾਗੀ ਨੂੰ ਵੀ ਬੁਲਾਇਆ, ਉਹਨਾਂ ਦੇ ਚਾਟੜਿਆਂ ਨੇ, ਉਹਨੇ ਵੀ ਆ ਕੇ ਬੜਾ ਜ਼ੋਰ ਲਗਾਇਆ। ਫਿਰ ਵਾਰਤਾਲਾਪ ਵੀ ਹੋਈ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਨਾਲ ਮਾਧੋ ਦਾਸ ਬੈਰਾਗੀ ਦੇ ਨਾਲ। ਉਸ ਵਾਰਤਾਲਾਪ ਵਿੱਚ ਪੁੱਛਿਆ, ਤੁਸੀਂ ਕੌਣ? ਗੁਰੂ ਸਾਹਿਬ ਨੇ ਪੁੱਛਿਆ, ਤੂੰ ਕੌਣ? ਫਿਰ ਅੱਗੇ ਜੋ ਸਾਰੇ ਹੀ ਇਤਿਹਾਸਕਾਰ ਜਿਹੜੀ ਇੱਕ ਵਾਰਤਾ, ਮੈਂ ਬੰਦਾ, ਮੈਂ ਕਿਸ ਦਾ ਬੰਦਾ, ਮੈਂ ਤੁਹਾਡਾ ਬੰਦਾ। ਇਸੇ ਕਰਕੇ ਜਦੋਂ ਖੰਡੇ ਬਾਟੇ ਦੀ ਪਾਹੁਲ ਦਿੱਤੀ ਗਈ, ਇਹਦਾ ਮਤਲਬ ਇਹ ਹੈ ਜਿੱਥੇ ਮਾਧੋ ਦਾਸ ਬੈਰਾਗੀ ਨੇ ਖੰਡੇ ਬਾਟੇ ਦੀ ਪਾਹੁਲ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਇਹ ਦਾਤ ਲਈ ਹੋਵੇਗੀ। ਤੇ ਐਸਾ ਨਹੀਂ ਹੈ ਵੀ ਉਹਦੇ ਚੇਲੇ ਚਾਟੜੇ ਵੀ ਪਿੱਛੇ ਰਹੇ ਹੋਣਗੇ, ਉਹਨਾਂ ਨੇ ਵੀ ਇਹ ਦਾਤ ਪ੍ਰਾਪਤ ਕੀਤੀ ਹੋਣੀ ਹੈ।
ਤੇ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਮਿਲਾਪ ਕਰਕੇ, ਗੁਰਦੇਵ ਪਿਤਾ ਜੀ ਦੇ, ਕਿਉਂਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਇਹ ਕੋਈ ਸੰਜੋਗ ਸੀ। ਕੱਲ ਦੀ ਅਖੀਰਲੀ ਪੰਕਤੀ ਦੂਸਰੇ ਪਦੇ ਦੀ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਕਈ ਮਨੁੱਖਾਂ ਦੇ ਪ੍ਰਾਪਤ ਕਰਕੇ ਵੀ ਵਿਜੋਗ ਦੇ ਕਾਰਨ ਉਹਨਾਂ ਕੋਲੋਂ ਕਰਮ ਐਸੇ ਹੋ ਜਾਂਦੇ ਨੇ ਜਿਵੇਂ ਕਿਰਤ ਕਰਮ ਕੇ ਵਿਛੜੇ, ਜਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਹ ਪ੍ਰਮਾਤਮਾ ਦੇ ਨੇੜੇ ਹੁੰਦੇ ਹੋਏ ਵੀ ਵੇਖਣ ਨੂੰ ਨੇੜੇ ਲੱਗਦੇ ਨੇ, ਪਰ ਅੰਦਰੋਂ ਦੂਰ ਹੁੰਦੇ ਨੇ। ਪਰ ਨਾਲ ਹੀ ਸੰਜੋਗੀ ਮੇਲ ਤੇ ਸੰਜੋਗ ਕਰਕੇ ਫਿਰ ਮਿਲਾਪ ਵੀ ਹੋ ਜਾਂਦਾ। ਸੰਜੋਗ ਦਾ ਅਰਥ ਹੀ ਮਿਲਾਪ ਹੈ, ਸੰਗ, ਇੱਕ ਦੂਜੇ ਨਾਲ ਮਿਲਣਾ, ਜੋਗ, ਮਿਲਾਪ। ਤੇ ਸਤਿਗੁਰੂ ਧੰਨ ਗੁਰੂ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਦੋਂ ਮਾਧੋ ਦਾਸ ਬੈਰਾਗੀ ਤੋਂ, ਉਹਨਾਂ ਦਾ ਨਾਮ ਕਹਿੰਦੇ ਨੇ ਗੁਰਬਖਸ਼ ਸਿੰਘ ਰੱਖਿਆ ਸੀ ਅੰਮ੍ਰਿਤਪਾਨ ਕਰਨ ਤੋਂ ਬਾਅਦ, ਪਰ ਜ਼ਿਆਦਾ ਸ਼ਬਦ ਜਿਹੜਾ ਹੈ ਬਾਬਾ ਬੰਦਾ ਸਿੰਘ ਜੀ ਪ੍ਰਸਿੱਧ ਹੋਇਆ, ਇਸੇ ਕਰਕੇ ਅੱਜ ਵੀ ਨਾਮ ਉਹੀ ਚੱਲਦਾ ਹੈ। ਤੇ ਬੈਰਾਗੀ ਵਾਲਾ ਜਿਹੜਾ ਉਹ ਸੀ ਨਾ ਤਖੱਲਸ, ਉਹ ਲਾ ਕੇ ਤੇ ਨਾਲ ਬਹਾਦਰ, ਇਹ ਤਖੱਲਸ ਕਲਗੀਆਂ ਵਾਲੇ ਪਿਤਾ ਨੇ ਆਪ ਬਖਸ਼ਿਸ਼ ਕੀਤਾ। ਅੱਜ ਤੋਂ ਬੈਰਾਗੀ ਨਹੀਂ, ਅੱਜ ਤੋਂ ਤੁਸੀਂ ਬਹਾਦਰ ਹੋ। ਤੇ ਕਲਗੀਆਂ ਵਾਲੇ ਪਾਤਸ਼ਾਹ ਕੋਲ ਉਹਨੇ ਉਹ ਸਾਰਾ ਇਤਿਹਾਸ, ਅਨੰਦਪੁਰ ਸਾਹਿਬ ਜੀ ਦੀ ਨਗਰੀ ਨੂੰ ਛੱਡਣਾ, ਰਸਤੇ ਵਿੱਚ ਸਿੰਘਾਂ ਦਾ ਸ਼ਹੀਦ ਹੋਣਾ, ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਗੜ੍ਹੀ ਵਿੱਚ ਸ਼ਹੀਦ ਹੋਣਾ, ਹੋਰ ਵੀ ਗੁਰੂ ਕੇ ਲਾਡਲੇ ਸਿੱਖਾਂ ਦਾ, ਪੰਜਾਂ ਪਿਆਰਿਆਂ ਵਿੱਚੋਂ 3 ਪਿਆਰਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਫਤਿਹਗੜ੍ਹ ਸਾਹਿਬ ਵਿਖੇ ਨੀਹਾਂ ਵਿੱਚ ਚਿਣਿਆ ਜਾਣਾ, ਮਾਤਾ ਗੁਜਰ ਕੌਰ ਜੀ ਦਾ। ਇਹ ਜਦੋਂ ਸਾਰਾ ਇਤਿਹਾਸ ਉਹਨਾਂ ਨੇ ਸੁਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ, ਜੋ ਖੰਡੇ ਬਾਟੇ ਦੀ ਪਾਹੁਲ ਛਕ ਕੇ ਹੁਣ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣ ਗਏ ਨੇ, ਉਹਨਾਂ ਦੇ ਖੂਲ, ਉਹਨਾਂ ਦਾ ਖੌਲ ਉੱਠਿਆ। ਤੇ ਸਤਿਗੁਰੂ ਗੁਰਦੇਵ ਪਿਤਾ ਜੀ ਦੀ ਪਾਰਖੂ ਨਿਗਾਹ ਨੇ ਪਰਖ ਲਿਆ ਵੀ ਇਹ ਸਿੱਖ ਕੌਮ ਦੀ, ਹਾਲਾਂਕਿ ਪਹਿਲਾਂ ਹੋਰ ਵੀ ਨਾਲ ਸਿੱਖ ਬੜੇ ਨੇ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰਿਆਂ ਵਿੱਚੋਂ ਵੀ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਨਾਲ ਨੇ, ਹੋਰ ਵੀ ਨੇ ਭਾਈ ਵਿਨੋਦ ਸਿੰਘ ਜੀ, ਭਾਈ ਬਾਜ ਸਿੰਘ ਜੀ, ਅਤੇ ਹੋਰ ਵੀ ਹੈਗੇ ਨੇ। ਪਰ ਉਹਨਾਂ ਨੇ ਵੇਖੋ ਕੁਝ ਦਿਨ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਪਰਖ ਕਰ ਲਈ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਉਹਨਾਂ ਦੇ ਜੀਵਨ ਅੰਦਰ ਜਿਹੜੀ ਤਬਦੀਲੀ ਆਈ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਦੋਂ ਸਿੱਖ ਗੁਰੂ ਨੂੰ ਮਿਲਦਾ ਹੈ, ਖੰਡੇ ਬਾਟੇ ਦੀ ਪਾਹੁਲ ਛਕਦਾ ਹੈ, ਤੇ ਜੇ ਪਹਿਲਾਂ ਹੀ ਜ਼ਿੰਦਗੀ ਵਿੱਚ ਪਹਿਲਾਂ ਹੀ ਜਿਹੜੇ ਕਰਮ ਕਰਦਾ ਰਿਹਾ, ਜੇ ਅੰਮ੍ਰਿਤਪਾਨ ਕਰਨ ਤੋਂ ਬਾਅਦ ਜੋ 5 ਪਿਆਰਿਆਂ ਨੇ ਸਿੱਖ ਰਹਿਤ ਮਰਿਆਦਾ ਦ੍ਰਿੜ ਕਰਵਾਈ ਹੋਈ ਤੇ ਉਹਦੇ ਉੱਤੇ ਕੋਈ ਪਹਿਰਾ ਹੀ ਨਹੀਂ ਦਿੰਦਾ, ਤੇ ਫਿਰ ਅੰਮ੍ਰਿਤ ਛਕਿਆ ਵੀ ਪਰ ਗੁਰੂ ਦੇ ਉਪਦੇਸ਼ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਤਬਦੀਲੀ ਕਿਵੇਂ ਹੈ? ਤਬਦੀਲੀ ਤੇ ਇਸ ਤਰ੍ਹਾਂ ਆਉਣੀ ਹੈ। ਤਾਂ ਹੀ ਤੇ ਮੇਰੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਬਿਲਾਵਲ ਰਾਗ ਅੰਦਰ ਸ਼ਬਦ ਹੈ ਗੁਰੂ ਅਰਜੁਨ ਦੇਵ ਪਿਤਾ ਜੀ ਦਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਘ ਹਰੇ ਨਿਰਮਲ ਭੈ ਚੀਤਾ। ਕਹਿੰਦੇ ਨੇ ਗੁਰਦੇਵ ਪਿਤਾ ਜੀ ਦੇ ਸੰਗਤ ਦਾ ਮਿਲਾਪ, ਹੇ ਮੇਰੇ ਮਿੱਤਰੋ, ਮੇਰੇ ਪਿਆਰਿਓ ਸੁਣੋ, ਤੇ ਕੇਵਲ ਬਾਹਰ ਮੁਖੀ ਮਿਲਾਪ ਦੀ ਗੱਲ ਨਹੀਂ ਹੈ, ਬਾਹਰੋਂ ਵੀ ਠੀਕ ਹੈ, ਸੰਗਤ ਵਿੱਚ ਸਰੀਰ ਕਰਕੇ ਆਵਾਂਗੇ ਤਾਂ ਹੀ ਕੁਝ ਅੰਦਰ ਵਸੇਗਾ ਨਾ। ਸਰੀਰ ਕਰਕੇ, ਕੰਨ ਵੀ ਸਰੀਰ ਦਾ ਹਿੱਸਾ ਨੇ, ਜ਼ੁਬਾਨ ਵੀ ਸਰੀਰ ਦਾ ਹਿੱਸਾ ਹੈ, ਕੰਨਾਂ ਨਾਲ ਸੁਣਾਂਗੇ, ਜ਼ੁਬਾਨ ਨਾਲ ਚੰਗੇ ਬੋਲ ਬੋਲਾਂਗੇ ਤਾਂ ਹੀ ਜੀਵਨ ਵਿੱਚ ਤਬਦੀਲੀ ਆਉਣੀ ਹੈ। ਤੇ ਗੁਰੂ ਦੀ ਸੰਗਤ ਦੀ ਵਡਿਆਈ ਇਹ, ਕੋੜਨ ਪਾਪ ਜਿਹੜੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਪਾਪ ਤੇ ਹੋਏ ਨੇ, ਭਾਵੇਂ ਬੈਰਾਗੀ ਸੀ ਉਹ, ਪਹਿਲੇ ਗੁਰੂਆਂ ਨੇ ਜੀਵਨ ਅੰਦਰ ਕੋਈ ਤਬਦੀਲੀ ਨਾ ਲਿਆ ਸਕੇ, ਰਿੱਧੀਆਂ ਸਿੱਧੀਆਂ ਤਾਂਤਰਿਕ ਵਿਦਿਆ ਦਾ ਉਹਨੂੰ ਮਾਲਕ ਤੇ ਬਣਾ ਦਿੱਤਾ।
पर असल जो जीवन मनोरथ है उस तो बाबा बंदा सिंह बहादुर जी वांझे रहे, जो कलगियां वाले पातशाह जी दे मिलाप करके उन्होंने जीवन आया। इसे लई अज भी सानू लोड़ है, जदों असी खास करके इस धर्म के मार्ग ते किसी नू अपना आगू चुनना हुंदा है ते गुरबाणी दीयां पंक्तियां साडे जिहन विच आ जान, गुरु के बचन साडे सामने आ जान, काचे गुरते मुक्त ना हुआ, या गुरु जिन्ना का अंधुला सिख भी अंधे कर्म करेन, ओ भाने चलन अपने नित झूठो झूठ बोलेन। ताई मेरे गुरु नानक साहब जी ने जीव रूपी इस्त्री, आप सारियां जीव रूपी इस्त्रियां हाँ, सतगुरु बड़े प्यार नाल समझाते ने, सुन मुंधे हरणाखीए, तेनू परमात्मा ने इन्ने सोहने नेत्र दिते ने पर तेनू परख करनी ना आई। तू इन्हां नेत्रां दे नाल दुनियावी वस्तुआं खरीदण बाजार विचों जाना होवे, एक एक चंगी तरह टोके वेखदे हो, बड़ा कुछ फिर जाके एक चीज़ खरीदनी हुंदी है तां लैंदे हो, पर धर्म की दुनिया में ऐसा हुंदा ही कोई नहीं। भेड़ चाल जिह मार्ग पंडित गए, कबीर जी का श्लोक है, भगत कबीर जी, कबीर जिह मार्ग पंडित गए, पाछे परी बहीर, एक अवघट घाटी राम कीते चढ़ रहे हो कबीर। इतने औखी घाटी है गुरमत वाला मार्ग जिहड़ा है, पर यह नहीं भी चढ़िया नहीं जा सकता, ऐसी गल नहीं। सुन मुंदे हरनाखीए गूढ़ा वैन अपार, पहला वस्त सिंझाण कै तां कीचै व्यापार। पहला सिंझाण नहीं वस्तु जिहदे नाल तू सांझ पाउणी है, जिस चीज़ का तू व्यापार करना है, तो असी जिस दा व्यापार करना है ना, गुरु नानक साहब जी ने अमुल गुण अमुल व्यापार, अमुल व्यापारीए अमुल भंडार, अमुल आवे हैं अमुल ले जाए, अमुल पाए अमुल समाहे, अमुल धर्म अमुल दीवान, अमुल तुल अमुल प्रवान, अमुल बख्शीश अमुल निशान, अमुल कर्म अमुल प्रमाण। इत्थे ते है ही गुरु दे दर ते सारा कुछ अमुल ही अमुल है। ते सच जाणियो, जेड़ा अमुल गुरु दे नाल जुड़ जांदा है उहदा जीवन अमुल बन जांदा है। 38 साल की उम्र तक बाबा बंदा सिंह बहादुर जी जिन्ना चिर वो माधो दास बैरागी दे रूप विच विचरदे ने, जीवन अमुल नहीं है। कौडियां दे भा अजाई गवारे ने। गुरमत दे व्याख्याकार भाई साहब भाई गुरदास जी का बचन है, उन्हां दियां वारां दियां पौड़ियां विच भी ते कबित विच भी। एक था भाई साहब कहते मानस जन्म अमोल है, होए अमोल साध संग पाए। ये सारे कहते ने मनुखा जन्म बड़ा अमोल है, ये भाव मुल दे के नहीं मिलता, पर यह नहीं पता कि अमुल हुंदा किवें है, इनू किवें अमुल किया जा सकता है। जिथे तुसी बैठे हो गुरु की संगत महिमा साधु संग की, जिवें बाबा बंदा सिंह बहादुर ने गुरु नाल मिल के अमुल किया। जे असी भी अपना बाबा बंदा सिंह बहादुर वांगू अपना जीवन अमुल करना चाहते हाँ, ते भाई साहब जी का कबित 17 नंबर कबित है, चिरंकाल मानस जन्म निर्मोल पाए, सफल जन्म गुर चरण शरण कै। जे जन्म सफल करना है तो सतगुरु वाले बनना पैना, गुरु की चरण शरण में आना पवेगा। ये बड़ी चिर तो बाद मनुखा दे मिली है। फिर अगे लोचन अमोल गुरदर्श अमोल देखे। गुरु का दर्शन अमोल है, तुहाडे नेत्र भी अमोल हो जाएंगे, अमुल बन जाएंगे। नेत्र शरीर का, जिवें पहले मैं बल की सी, शरीर का हिस्सा ने। श्रवण अमोल गुर बचन धरन कै। ये कन्न भी तुहाडे अमुल हो जाएंगे जे अमुल गुरु दे अमुल शब्द नाल तुसीं उहनूं प्यार नाल सुनदे हो। ते श्रवण भले शोभनीक हैं मेरी जिंदड़ीए, वो शोभा दे पात्र बन जाएंगे। नास का अमोल चरनार बिंद बाशना कै। रसना अमोल गुरमंत्र उचरन कै।
ਜਦੋਂ ਮਾਧੋ ਦਾਸ ਬੈਰਾਗੀ ਸਨ, ਪਤਾ ਨਹੀਂ ਕਿਹੜੇ ਜੰਤਰ ਮੰਤਰ ਟੂਣੇ ਇਤਿਆਦਿਕ ਕਰਦੇ ਹੋਣਗੇ। ਯਾਦ ਰੱਖਿਓ, ਗੁਰੂ ਕੇ ਸਿੱਖੋ, ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਵਿੱਚ ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਦੱਸੀ ਗਈ ਹੈ, ਸ਼ਖਸੀ ਅਤੇ ਪੰਥਕ ਰਹਿਣੀ। ਸ਼ਖਸੀ ਰਹਿਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ। ਪਹਿਲੇ ਨੰਬਰ ਤੇ ਨਾਮ ਬਾਣੀ ਦਾ ਅਭਿਆਸ, ਦੂਜੇ ਨੰਬਰ ਤੇ ਗੁਰਮਤਿ ਦੀ ਰਹਿਣੀ। ਤੇ ਗੁਰਮਤਿ ਦੀ ਰਹਿਣੀ ਜਦੋਂ ਤੁਸੀਂ ਆਰੰਭ ਕਰਦੇ ਹੋ, ਉੱਥੇ ਸਭ ਤੋਂ ਪਹਿਲਾਂ ਜੰਤਰ ਮੰਤਰ ਤੰਤਰ ਟੂਣੇ ਮਟਾਣੇ ਜੋ ਵੀ ਹੈ, ਇਹਨਾਂ ਤੇ ਸਿੱਖ ਵਿਸ਼ਵਾਸ ਨਾ ਕਰੇ। ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ। ਕਿਉਂ? ਕਿਉਂਕਿ ਸਾਡੇ ਵਾਸਤੇ ਮੰਤਰਾਂ ਦਾ ਮੰਤਰ, ਜੰਤਰਾਂ ਦਾ ਜੰਤਰ, ਤੰਤਰਾਂ ਦਾ ਤੰਤਰ, ਟੂਣਿਆਂ ਦਾ ਟੂਣਾ, ਇਹ ਸਭ ਤੋਂ ਆਖੀ ਮਹਾਨ ਸਭ ਕੁਝ ਗੁਰੂ ਦਾ ਉਪਦੇਸ਼ ਹੀ ਹੈ। ਸਤਿਗੁਰਾਂ ਨੇ ਸਾਨੂੰ ਟੂਣੇ ਕਰਨ ਤੋਂ ਵਿਵਰਜਿਤ ਨਹੀਂ ਕੀਤਾ, ਪਰ ਟੂਣੇ ਕਿਹੜੇ ਕਰਨੇ ਸਨ, ਅਸੀਂ ਕਰੀ ਕੀ ਜਾਂਦੇ ਹਾਂ। ਪਹਿਲਾਂ ਵੀ ਤੇ ਅੱਜ ਵੀ ਅਗਿਆਨਤਾ ਕਾਰਨ ਕਈ ਬੀਬੀਆਂ ਆਪਣੇ ਪਤੀ ਨੂੰ ਵਸ ਵਿੱਚ ਕਰਨ ਵਾਸਤੇ ਟੂਣੇ ਮਟਾਣੇ ਕਰਦੀਆਂ ਨੇ। ਤੇ ਸਤਿਗੁਰਾਂ ਨੇ ਤਿਲੰਗ ਰਾਗ ਵਿੱਚ ਬਖਸ਼ਿਸ਼ ਕੀਤੀ ਹੈ, ਗੁਣ ਕਾਮਨ ਕਾਮਨ ਕਰੇ ਤੋ ਕਿ ਪਿਆਰੇ ਕੋ ਪਾਵੇ। ਗੁਣਾਂ ਦੇ ਟੂਣੇ ਕਰੋ ਜੇ ਤੂੰ ਆਪਣੇ ਪਿਆਰੇ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ, ਉਹਦੇ ਨਾਲ ਸਾਂਝ ਪਾਣੀ ਪਵੇਗੀ। ਨਿਮਨ ਸੁ ਅੱਖਰ ਕਮਨ ਗੁਣ ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਮਸ ਆਵੀ ਕੰਤ। ਨਾਸਕਾ ਅਮੋਲ ਚਰਨਾਰ ਬਿੰਦ ਵਾਸ਼ਨਾ ਕੇ ਰਸਨਾ ਅਮੋਲ। ਜਿਹੜਾ ਮਾਧੋ ਦਾਸ ਬੈਰਾਗੀ ਪਤਾ ਨਹੀਂ ਕਿਹੜੇ ਕਿਹੜੇ ਤੰਤਰ ਮੰਤਰ ਜੰਤਰ ਉਚਾਰਨ ਕਰਦਾ ਸੀ, ਗੁਰੂ ਵਾਲਾ ਬਣ ਗਿਆ। ਗੁਰੂ ਨੇ ਜੋ ਦੂਜਿਆਂ ਨੂੰ ਸਿੱਖਿਆ ਦਿੱਤੀ, ਪੰਜ ਪਿਆਰਿਆਂ ਨੂੰ ਦਿੱਤੀ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਉਹੀ ਗੁਰਮਤਿ ਸਿੱਖਿਆ ਦ੍ਰਿੜ ਕਰਵਾਈ ਹੋਵੇਗੀ ਨਾ, ਜਿਹੜੇ ਹੋਰ ਉਹਦੇ ਨਾਲ ਜਿਹਨੇ ਅੰਮ੍ਰਿਤਪਾਨ ਕੀਤਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇੱਥੇ ਜਿਹੜਾ ਅਕਾਲ ਦੀ ਪੂਜਾ ਕਰਦਾ ਉਹ ਪੁਜਾਰੀ। ਆਪਾਂ ਸਾਰੇ ਪੁਜਾਰੀ ਹਾਂ, ਪਰ ਦੂਜੇ ਪੁਜਾਰੀ ਨਹੀਂ, ਅਸੀਂ ਅਕਾਲ ਦੇ ਪੁਜਾਰੀ ਹਾਂ। ਪੂਜਾ ਅਕਾਲ ਕੀ ਇੱਥੇ ਪ੍ਰਵਾਨ ਹੈ। ਇਸ ਰਸਨਾ ਦੇ ਨਾਲ ਜਦੋਂ ਤੁਸੀਂ ਗੁਰਮੰਤਰ, ਇੱਕ ਤੇ ਵਾਹਿਗੁਰੂ ਨੂੰ ਗੁਰਮੰਤਰ ਕਿਹਾ ਜਾਂਦਾ ਹੈ, ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਮੂਲ ਮੰਤਰ ਆਪਾਂ ਕਹਿੰਦੇ ਹਾਂ। ਪਰ ਸਤਿਗੁਰਾਂ ਨੇ ਤੇ ਸਮੁੱਚੀ ਬਾਣੀ ਨੂੰ ਹੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜੇ ਤੁਸੀਂ ਘਰ ਤੇ ਬਾਹਰ ਸੁਖੀ ਵਸਣਾ ਚਾਹੁੰਦੇ ਹੋ ਤੇ ਫਿਰ ਗੁਰੂ ਦੇ ਮੰਤਰ ਨੂੰ, ਗੁਰੂ ਦੇ ਉਪਦੇਸ਼ ਨੂੰ, ਸਤਿਗੁਰੂ ਦੀ ਸਿੱਖਿਆ ਨੂੰ ਹਿਰਦੇ 'ਚ ਵਸਾਉਣਾ ਪਵੇਗਾ। ਫਿਰ ਜਹਾਂ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ ਵਾਲੀ ਗੱਲ ਬਣ ਜਾਏਗੀ। ਤੇ ਅਖੀਰ ਤੇ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹਸਤ ਅਮੋਲ ਗੁਰਦੇਵ ਸੇਵ ਸਫਲ ਕੈ, ਚਰਨ ਅਮੋਲ ਪ੍ਰਦਛਨਾ ਕਰਨ ਕੈ। ਉਹ ਹੱਥ ਅਮੁੱਲ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਦਰ ਤੇ ਆ ਕੇ ਹੱਥਾਂ ਨਾਲ ਸੇਵਾ ਕਰਦੇ ਨੇ। ਉਹ ਕਹਿੰਦੇ ਨੇ, ਦਾਤਾ ਤੂੰ ਹੱਥ ਦਿੱਤੇ ਨੇ, ਮੈਂ ਵੇਖਦਾ ਸੰਸਾਰ ਵਿੱਚ ਐਸੇ ਤੂੰ ਪੈਦਾ ਕੀਤੇ ਹੋਏ ਨੇ ਜਿਨ੍ਹਾਂ ਦੇ ਬਚਪਨ ਤੋਂ ਹੀ ਹੱਥ ਨਹੀਂ, ਜਾਂ ਫਿਰ ਅੱਗੇ ਜਾ ਕੇ ਕਈਆਂ ਦੇ ਹੱਥ ਕੱਟੇ ਜਾਂਦੇ ਨੇ। ਦਾਤਾ ਤੂੰ ਮੈਨੂੰ ਸਹੀ ਸਲਾਮਤ ਰੱਖਿਆ ਹੈ, ਮੇਰਾ ਸਰੀਰ ਤੇ ਇਹ ਇਸ ਪਾਸੇ ਲੱਗ ਜਾਏ ਤੇ ਸਫਲ ਹੋ ਜਾਏ। ਚਰਨ ਦਿੱਤੇ ਨੇ ਪ੍ਰਮਾਤਮਾ ਤੂੰ, ਮੈਂ ਤੁਰ ਕੇ ਤੇਰੇ ਵਾਲੇ ਪਾਸੇ ਆਵਾਂ। ਤੇ ਬਾਬਾ ਬੰਦਾ ਸਿੰਘ ਬਹਾਦਰ ਤੁਰਿਆ ਤੇ ਇਸੇ ਪਾਸੇ ਸੀ, ਤੁਰਿਆ ਤੇ ਧਰਮ ਦੇ ਮਾਰਗ ਤੇ ਸੀ। ਪਹਿਲਾਂ ਉਹਨੇ ਹੋਰ ਕੁਝ ਬੜਾ ਕੀਤਾ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੈਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕੇ ਚੀਤ। ਪਰ ਅਟਕੇ ਹੋਏ ਚਿੱਤ ਨੂੰ ਅੱਗੇ ਤੋਰਨ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਨ ਤੌਰ 'ਤੇ ਮਿਲਾਪ ਜਦੋਂ ਹੋਇਆ ਤੇ ਫਿਰ ਉਹਨਾਂ ਦੇ ਜੀਵਨ ਅੰਦਰ ਪਰਿਵਰਤਨ ਆ ਗਿਆ। ਇੱਥੇ ਜਿਸ ਨੂੰ ਤੂੰ ਜਾਣਾਏਂਗੇ ਸੋਈ ਜਣ ਜਾਣੇ, ਜ਼ੋਰ ਦੇ ਨਾਲ ਨਹੀਂ। ਪਿੱਛੇ ਜਪਜੀ ਸਾਹਿਬ ਵਿੱਚ ਆਪਾਂ ਜ਼ੋਰ ਵਾਲੀ ਪੌੜੀ ਭਾਈ ਸਾਹਿਬ ਨੇ ਵਿਆਖਿਆ ਕੀਤੀ ਸੀ। ਉਦੋਂ ਜ਼ੋਰ ਦੇ ਨਾਲ ਤੁਸੀਂ ਕੁਝ ਨਹੀਂ ਲੈ ਸਕਦੇ ਗੁਰੂ ਦੇ ਦਰ ਤੋਂ। ਇੱਥੇ ਤੇ ਬੇਨਤੀਆਂ ਤੇ ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੇ ਅਰਦਾਸ। ਇੱਥੇ ਕੋਈ ਆਖੇ ਮੈਂ ਜ਼ੋਰ ਨਾਲ, ਜਿਹੜੇ ਜ਼ੋਰ ਇੱਥੇ ਜ਼ੋਰਾਵਰ ਬਣ ਕੇ ਆਏ, ਜਿਨ੍ਹਾਂ ਨੇ ਜ਼ੋਰ ਨਾਲ ਕੁਝ ਇੱਥੋਂ ਲੈਣਾ ਚਾਹਿਆ, ਕੁਛ ਨਾ ਲੈ ਸਕੇ। ਇੱਥੇ ਤੇ ਗੁਰੂ ਕੇ ਪਿਆਰ ਵਾਲਿਓ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਜਿਹੜੇ ਗੁਰੂ ਕੇ ਸੇਵਕ, ਜਿਹੜੇ ਦਾਸ ਬਣ ਕੇ ਆਉਂਦੇ ਨੇ, ਮੇਰੇ ਸਤਿਗੁਰ ਗੁਰਦੇਵ ਪਿਤਾ ਜੀ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ, ਜਿਸ ਨੂੰ ਤੂੰ ਸੂਝ ਬੂਝ ਬਖਸ਼ਿਸ਼ ਕਰਦਾ ਹੈ।
ਤਾਂ ਹੀ ਤੇ ਸਤਿਗੁਰਾਂ ਨੇ ਤੇ ਗੁਰੂ ਨਾਨਕ ਸਾਹਿਬ ਨੇ ਤੇ ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਸਮਝ ਦੇ ਦੇ ਬਸ, ਸਭਨਾ ਜੀਆਂ ਕਾ ਇੱਕ ਦਾਤਾ। ਫਿਰ ਬਿਲਾਵਲ ਰਾਗ ਵਿੱਚ ਤੇਰੇ ਗੁਣ ਗਾਵਾਂ ਦੇ ਬੁਝਾਈ, ਮੈਨੂੰ ਐਸੀ ਸਮਝ ਦੇ ਦੇ ਮੈਂ ਤੇਰੇ ਹੀ ਗੁਣ ਗਾਵਾਂ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਵਾਲੇ ਬਣ ਕੇ ਫਿਰ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਸੇਵਕ ਬਣੇ ਨੇ ਤੇ ਸੱਚ ਜਾਣਿਓ ਸੇਵਕ ਦੀ ਡੈਫੀਨੇਸ਼ਨ ਕੀ ਹੈ, ਸੇਵਕ ਦੀ ਪਰਿਭਾਸ਼ਾ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਦਰਸਾਈ ਹੈ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਤੇ ਖੰਡੇ ਬਾਟੇ ਦੀ ਪਾਹੁਲ ਜਦੋਂ ਲਈ ਜਾਂਦੀ ਤੇ ਸੀਸ ਭੇਟਾ ਕਰਨਾ ਪੈਂਦਾ ਹੈ। ਇੱਥੇ ਹੋਰ ਪੰਜ ਪਿਆਰੇ ਕੁਛ ਨਹੀਂ ਪੁੱਛਦੇ ਤੂੰ ਗੋਲ 'ਚ ਕਿੰਨੀ ਮਾਇਆ ਪਾਈ ਹੈ, ਜਾਂ ਤੇਰੇ ਕੱਪੜੇ ਕਿੰਨੇ ਕੀਮਤੀ ਨੇ, ਕਿੰਨੇ ਤੂੰ ਵਸਤਰ ਕਿਹੋ ਜਿਹੇ ਪਾਏ ਹੋਏ ਨੇ, ਤੂੰ ਆ ਕੀ ਕੀਤਾ, ਕੁਛ ਨਹੀਂ ਪੁੱਛਦੇ। ਅੱਜ ਤੋਂ ਬਾਅਦ ਤੁਹਾਡਾ ਸੀਸ ਗੁਰੂ ਦਾ ਕਿ ਜੇ ਕੱਲ ਨੂੰ ਲੇਖੇ ਲਾਣਾ ਪੈ ਗਿਆ ਤੇ ਲਾਓਗੇ। ਕੋਈ ਲਾਲਚ ਨਹੀਂ ਦਿੱਤਾ ਜਾਂਦਾ ਇੱਥੇ। ਬਾਕੀ ਧਰਮਾਂ ਵਿੱਚ ਅੱਜ ਵੀ ਲਾਲਚ ਦੇ ਦੇ ਕੇ ਧਰਮ ਤਬਦੀਲ ਕਰਵਾਏ ਜਾ ਰਹੇ ਨੇ। ਤੁਹਾਨੂੰ ਸਵਰਗ ਮਿਲੇਗਾ, ਤੁਹਾਨੂੰ ਬਹਿਸ਼ਤ ਮਿਲੇਗਾ, ਤੁਹਾਨੂੰ ਆਹ ਕੁਝ ਮਿਲੇਗਾ, ਇਹ ਬੜਾ ਕੁਝ ਦੱਸਿਆ ਜਾ ਰਿਹਾ ਹੈ। ਪਰ ਇੱਥੇ ਤਾਂ ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇੱਥੇ ਤੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸੇਵਕ ਉਹ ਹੈ, ਜਨ ਉਹ ਹੈ ਜਿਨਨੇ ਆਪਣਾ ਸਿਰ ਉਤਾਰ ਕੇ, ਸਿਰ ਉਤਾਰਨ ਦਾ ਮਤਲਬ ਸੀ ਅਸੀਂ ਤੁਸੀਂ ਸਾਰੇ ਜਦੋਂ ਮੱਥਾ ਟੇਕਦੇ ਹਾਂ, ਮੱਥਾ ਟੇਕਣ ਦਾ ਮਤਲਬ ਹੀ ਇਹ ਹੈ ਸਤਿਗੁਰੂ ਜੀ ਮੇਰੀ ਮੱਤ ਇਹ ਜਿਹੜੀ ਹੈ ਵਿੱਚੋਂ ਕੱਢ ਕੇ ਨਾ ਤੇ ਇਹਦੀ ਥਾਂ ਤੇ ਆਪਣੀ ਮੱਤ ਮੇਰੇ ਅੰਦਰ ਭਰ ਦਿਓ। ਭਾਈ ਸਾਹਿਬ ਜਦੋਂ ਸ਼ੁਰੂਆਤ ਕਰਦੇ ਨੇ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ। ਗੁਰੂ ਦੀ ਮੱਤ ਕਰਕੇ ਹੀ ਤੁਸੀਂ ਗੁਰੂ ਵੀ ਸਮਾ ਸਕਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਪਰਨਾਏ ਗਏ ਨੇ ਗੁਰਮਤਿ ਦੇ ਨਾਲ, ਗੁਰੂ ਵਿੱਚ ਸਮਾ ਗਏ ਨੇ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰਨਾਮਾ। ਇਸ ਬਾਣੀ ਨੂੰ ਜੋ ਜੀਓ ਕਰਕੇ ਪਿਆਰ ਕਰਦਾ ਹੈ, ਇਸ ਕਰਕੇ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੇ ਉਰਤਾਰ। ਚੋਣ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਕਿਹਾ ਕੋਈ ਆਨਾਕਾਨੀ ਨਹੀਂ, ਮੈਂ ਤੋਂ ਇਹ ਹੋਣਾ ਨਹੀਂ, ਮੈਂ ਤੇ ਹੁਣੇ ਤੁਹਾਡਾ ਜੇ ਸਿੱਖ ਬਣਿਆ ਵਾਂ, ਮੈਨੂੰ ਪਤਾ ਨਹੀਂ ਪੰਜਾਬ ਦੇ ਬਾਰੇ ਉੱਥੋਂ ਦੇ ਹਾਲਾਤ ਕੀ ਨੇ, ਮੈਂ ਤੇ ਕੁਝ ਕਰ ਹੀ ਨਹੀਂ ਸਕਦਾ, ਐਸਾ ਨਹੀਂ ਮੇਰੇ ਤੋਂ ਹੋਣ ਵਾਲਾ ਨਹੀਂ, ਕੋਈ ਅੱਗੋਂ ਆਨਾਕਾਨੀ ਨਹੀਂ। ਜਿਵੇਂ ਤੁਹਾਡਾ ਹੁਕਮ ਹੋਵੇਗਾ ਉਸ ਹੁਕਮ ਦੇ ਅਨੁਸਾਰ ਸਤਿਗੁਰੂ ਤੁਸੀਂ ਮੈਨੂੰ ਸਮਰੱਥਾ ਬਖਸ਼ਿਸ਼ ਕਰਨੀ ਹੈ, ਅਗਵਾਈ ਤੁਸੀਂ ਦੇਣੀ ਹੈ। ਹਾਲਾਂਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ 1708 ਵਿੱਚ ਕਲਗੀਆਂ ਵਾਲੇ ਪਾਤਸ਼ਾਹ ਆ 5 ਤੀਰ 5 ਸਿੰਘ ਨਾਲ ਤੁਰਦੇ ਨੇ ਤੇ ਕੁਝ ਸਮੇਂ ਬਾਅਦ ਹੀ ਕਲਗੀਆਂ ਵਾਲੇ ਪਾਤਸ਼ਾਹ ਦੀ 1708 ਵਿੱਚ ਅਕਤੂਬਰ ਦੇ ਮਹੀਨੇ ਵਿੱਚ ਜੋਤੀ ਜੋਤ ਵੀ ਸਮਾ ਜਾਂਦੇ ਨੇ। ਦੇਹਧਾਰੀ ਗੁਰੂ ਵਾਲੀ ਪ੍ਰਥਾ ਜਿਹੜੀ ਹੈ ਤੇ ਸਤਿਗੁਰੂ ਉਸ ਵੇਲੇ ਫਿਰ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਪਰ ਮੈਂ ਇੱਕ ਬੇਨਤੀ ਕਰਾਂ, ਉਦੋਂ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਦ੍ਰਿੜ ਕਰਵਾਇਆ ਹੋਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ, ਸਰੀਰ ਹਮੇਸ਼ਾ ਲਈ ਕਿਸੇ ਦੀ ਅਗਵਾਈ ਨਹੀਂ ਕਰ ਸਕਦੇ। ਇਸ ਲਈ ਗੁਰੂ ਸ਼ਬਦ ਦੀ ਅਗਵਾਈ ਨੂੰ ਮੁੱਖ ਰੱਖਦਿਆਂ ਹੋਇਆਂ ਉਹਦੇ ਵਿੱਚ ਤੁਰਨ ਦਾ ਯਤਨ ਕਰਨਾ ਹੈ। ਤੇ ਜਿਹੜੇ ਸ਼ਬਦ ਗੁਰੂ ਦੀ ਅਗਵਾਈ ਵਿੱਚ ਅੱਜ ਵੀ ਤੁਰਦੇ ਨੇ ਤੇ ਦੂਜੇ ਪਾਸੇ ਜਿਹੜੇ ਸਰੀਰਾਂ ਦੀ ਅਗਵਾਈ ਵਿੱਚ ਤੁਰਦੇ ਨੇ ਉਹ ਧੋਖਾ ਖਾ ਸਕਦੇ ਨੇ। ਪਰ ਸ਼ਬਦ ਗੁਰੂ ਦੀ ਅਗਵਾਈ ਤੁਰਨ ਵਾਲਾ ਬੰਦਾ ਉਹਨੂੰ ਧੋਖਾ ਕੌਣ ਦੇ? ਗੁਰੂ ਮੇਰਾ ਧੋਖਾ ਥੋੜ੍ਹਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਿਸੇ ਨੂੰ ਧੋਖਾ ਦੇ ਸਕਦੇ ਨੇ? ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਧੋਖਾ ਦੇ ਸਕਦੇ? ਗੁਰੂ ਪੰਥ ਕਿਸੇ ਨੂੰ ਧੋਖਾ ਦੇ ਸਕਦਾ ਹੈ? ਸਗੋਂ ਸਤਿਗੁਰ ਗੁਰਦੇਵ ਪਿਤਾ ਜੀ ਤੇ ਬਖਸ਼ਿਸ਼ ਕਰ ਦਿੰਦੇ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਦਾ ਸਮਾਂ ਹੈ, ਮੈਂ ਪਹਿਲਾਂ ਬੇਨਤੀ ਕੀਤੀ ਸੀ 38 ਸਾਲ ਦੀ ਉਮਰ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਦਾ ਮਿਲਾਪ ਹੁੰਦਾ 1670 ਤੇ 1708, 38 ਸਾਲ ਦਾ ਸਮਾਂ।
ਦੇ ਬਾਕੀ ਜਿਹੜੇ 8 ਸਾਲ ਨੇ ਉਹਨਾਂ ਨੇ ਆ ਕੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਇਹ ਗੱਲ ਕਿਹਾ ਕਰਦੇ ਸਨ, ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਇਸ ਧਰਤੀ ਤੇ ਭੇਜਿਆ ਵੀ ਉਹਨਾਂ ਜ਼ਾਲਮਾਂ ਦਾ ਨਾਸ਼ ਕਰਨਾ ਹੈ। ਯਾਦ ਰੱਖਿਓ, ਸੂਰਮੇ ਦੇ ਹੱਥ ਵਿੱਚ ਸੂਰਮਾ ਗੁਰਬਾਣੀ ਅਨੁਸਾਰ ਜਿਨਨੇ ਆਪਣੇ ਅੰਦਰੋਂ 5 ਵਿਕਾਰਾਂ ਤੇ ਜਿੱਤ ਹਾਸਲ ਕਰ ਲਈ, ਜਿਹਦਾ ਪ੍ਰਮਾਤਮਾ ਦੇ ਨਾਲ ਪਿਆਰ ਪੈ ਗਿਆ, ਜੋ ਮੈਂ ਆਰੰਭ ਵਿੱਚ ਮੰਗਲਾ ਚਰਨ ਵਜੋਂ ਬਚਨ ਪੜ੍ਹੇ ਸਨ, ਜਾਕੂ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ। ਤੇ ਸੂਰਮਾ ਉਹਨੂੰ ਕਿਹਾ ਗਿਆ ਹੈ। ਤੇ ਸਤਿਗੁਰੂ ਗੁਰਦੇਵ ਪਿਤਾ ਦੇ ਹੋਰ ਵੀ ਬਚਨ ਨੇ, ਵਾਤ ਵੱਜਨ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ, ਨਿਹਤੇ 5 ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਤੇ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਇਹਨਾਂ ਪਵਿੱਤਰ ਹੱਥਾਂ ਦੇ ਨਾਲ ਥਾਪੜਾ ਦਿੱਤਾ ਹੋਵੇਗਾ, ਕੀ ਮਹਿਸੂਸ ਕੀਤਾ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ, ਜਦੋਂ ਗੁਰੂ ਦਾ ਥਾਪੜਾ ਹੋਵੇ। ਤੇ ਇੱਥੇ ਤੇ ਛੋਟੇ ਛੋਟੇ ਕੱਦਾਂ ਵਾਲੇ, ਸ਼ਰੀਰਾਂ ਵਾਲੇ ਭਾਈ ਬਚਿੱਤਰ ਸਿੰਘ ਜੀ ਵਰਗਿਆਂ ਤੇ ਥਾਪੜਾ ਦਿੱਤਾ, ਤੇ ਉੱਥੇ ਸਾਹਮਣੇ ਹਾਥੀ ਵਗੈਰਾ ਕੁਛ ਵੀ ਨਹੀਂ। ਤੇ ਇੱਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਆਂ ਵਾਲੇ ਪਿਤਾ ਨੇ ਥਾਪੜਾ ਦਿੱਤਾ ਹੈ। ਹੱਥ ਵਿੱਚ ਤੀਰ ਵੀ ਦਿੱਤੇ ਨੇ, ਹੋਰ ਵੀ ਸ਼ਸਤਰ ਸਨ, ਪਰ ਇੱਕ ਚੇਤੇ ਰੱਖਿਓ, ਗੁਰੂ ਕਾ ਸਿੱਖ ਜਿਹੜਾ ਹੈ ਉਹ ਜਦੋਂ ਸ਼ਸਤਰ ਵੀ ਚਲਾਉਂਦਾ ਨਾ, ਸ਼ਾਸਤਰ ਦੀ ਅਗਵਾਈ ਵਿੱਚ, ਸ਼ਾਸਤਰ ਤੇ ਸ਼ਸਤਰ ਦਾ ਇੱਥੇ ਸੁਮੇਲ ਹੈ। ਸਾਡੇ ਵਾਸਤੇ ਸ਼ਾਸਤਰ ਸਾਡਾ ਗੁਰਬਾਣੀ ਹੈ, ਇਹਦੀ ਅਗਵਾਈ ਵਿੱਚ ਹੀ ਸਾਰਾ ਕੁਝ ਕਰਨਾ। ਮੈਂ ਪਹਿਲਾਂ ਗਿਣਤੀ ਕੀਤੀ, ਅਗਵਾਈ ਵਿੱਚ ਚੱਲਣਾ, ਇਸ ਅਗਵਾਈ ਵਿੱਚ ਚੱਲਣਾ। ਉਹਨੇ ਜਿੱਥੇ ਵੀ ਸ਼ਸਤਰ, ਇਹ ਨਹੀਂ ਵੀ ਜਣੇ ਖਣੇ ਤੇ ਸਾਰਿਆਂ ਤੇ ਜਿਹੜਾ ਆਇਆ ਅੱਗੇ ਉਹਨੂੰ ਉਡਾ ਦਿਓ, ਮਾਰ ਦਿਓ, ਐਸਾ ਕੁਛ ਨਹੀਂ। ਜਿਹੜੇ ਸਨ ਇਸ ਲਾਇਕ, ਕਿਉਂਕਿ ਡਾਕਟਰ ਜਿਹੜਾ, ਡਾਕਟਰ ਦੇ ਹੱਥ ਵਿੱਚ ਨਸ਼ਰ ਹੁੰਦਾ, ਸਾਰਿਆਂ ਦੇ ਥੋੜਾ ਪੇਟ ਚੀਰੀ ਜਾਂਦਾ ਹੈ। ਜਿਹਦੀ ਲੋੜ ਹੁੰਦੀ ਹੈ, ਜਿਹੜਾ ਆਪਰੇਸ਼ਨ ਜਿਹਦੀ ਕਰਨੀ ਉਹਨੂੰ ਕਰੇਗਾ ਨਾ, ਉਹ ਇਹ ਥੋੜਾ ਵੀ ਜਿਹੜਾ ਆਇਆ ਉਹਨੂੰ ਲੰਮੇ ਪਾ ਲਓ, ਆਪਰੇਸ਼ਨ ਕਰ ਦਿਓ ਉਹਦਾ, ਐਸਾ ਤੇ ਨਹੀਂ ਹੈ। ਜਿਹਦੀ ਜ਼ਰੂਰਤ ਹੈ ਉਹਦਾ ਹੀ ਕਰਦਾ ਹੈ ਨਾ। ਮੇਰਾ ਗੁਰੂ ਵੀ ਵੈਦ, ਤੇ ਗੁਰੂ ਕੇ ਸਿੱਖਾਂ ਨੇ ਵੀ ਵੈਦਗੀ ਵਾਲਾ ਕੰਮ ਕੀਤਾ। ਸ਼ਾਸਤਰ ਦੀ ਅਗਵਾਈ ਵਿੱਚ ਸ਼ਸਤਰ ਚਲਾਏ, ਤੇ ਜਦੋਂ ਚੱਲਣਗੇ ਉੱਥੇ ਪਾਪ ਨਹੀਂ ਹੋਵੇਗਾ, ਉੱਥੇ ਕਿਸੇ ਆਮ ਤੇ ਇੱਕ ਨਹੀਂ ਹੋਵੇਗਾ ਕਿ ਕਿਸੇ ਤੇ ਗਲਤ ਸ਼ਸਤਰ ਉਠਾਇਆ ਹੋਵੇ। ਅਖੀਰ ਵਿੱਚ ਕਿਉਂਕਿ ਸਮਾਂ ਨੇੜੇ ਆ ਗਿਆ ਤੇ ਮੈਂ ਉਸ ਪਾਸੇ ਆਵਾਂ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤਾਂ ਪ੍ਰਾਪਤ ਕੀਤੀਆਂ, ਸਰਹੰਦ, ਚੱਪੜਚਿੜੀ, ਸਢੌਰਾ, ਪੀਰ ਬੁੱਧੂ ਸ਼ਾਹ ਵਾਲਾ ਸਥਾਨ, ਜਿੱਥੇ ਉਹਨੇ ਕਲਗੀਆਂ ਵਾਲੇ ਪਿਤਾ ਤੋਂ ਆਪਣੇ ਪੁੱਤਰ ਵੀ, ਆਪਣੇ ਭਰਾ ਵੀ ਕੁਰਬਾਨ ਕੀਤੇ, ਤੇ ਸਾਰਾ ਕੁਝ, ਸਢੌਰਾ, ਸਮਾਣਾ ਜਿੱਥੋਂ ਦੇ ਜਲਾਦਾਂ ਨੇ, ਤੇ ਖੋਰ ਵੀ, ਪਾਨੀਪਤ, ਉਹ ਕਲਾਨੌਰ ਬਟਾਲੇ ਦੇ ਵਿੱਚ ਜਿੱਥੇ ਆਪਾਂ ਗੁਰਦਾਸ ਮੰਗਲ ਦੀ ਗੜੀ ਕਹਿੰਦੇ ਹਾਂ। ਅਖੀਰ ਤੇ ਉੱਥੇ ਜਾ ਕੇ ਫਿਰ ਜਦੋਂ ਇਹ ਨਹੀਂ ਵੀ ਹੁਣ ਕਿ ਉਹਨਾਂ 'ਚ ਕਮਜ਼ੋਰੀ ਆ ਗਈ ਆ, ਕੁਝ ਸਮਾਂ ਹੁੰਦਾ ਹੈ, ਇਹ ਵੀ ਸਮਾਂ ਸੀ ਜਦੋਂ ਉਹ ਜੂਝੇ, ਉਹਨਾਂ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ, ਭਾਣੇ ਵਿੱਚ ਸਾਰਾ ਕੁਝ। ਫਿਰ ਉਹਨਾਂ ਨੇ ਘੇਰਾ ਪਾ ਲਿਆ। ਘੇਰਾ ਪਾਉਣ ਦੇ ਬਾਵਜੂਦ ਵੀ ਵਿਨੋਦ ਸਿੰਘ, ਭਾਈ ਵਿਨੋਦ ਸਿੰਘ ਜੀ, ਭਾਈ ਬਾਜ ਸਿੰਘ ਜੀ ਵਰਗੇ ਬਾਹਰ ਜਾਣਾ ਉਹਨਾਂ ਨੇ, ਪਰ ਅਖੀਰ ਜਿਵੇਂ ਕਦੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ 7 ਮਹੀਨੇ, ਇੱਥੇ 1 ਮਹੀਨਾ ਹੋਰ 8 ਮਹੀਨੇ ਘੇਰਾ ਪਾਈ ਰੱਖਿਆ। ਖਾਣ ਨੂੰ ਕੁਝ ਨਹੀਂ ਰਿਹਾ, ਬਿਮਾਰੀਆਂ ਲੱਗ ਗਈਆਂ ਭੁੱਖ ਦੇ ਕਾਰਨ। ਕਈ ਤੇ ਕਹਿੰਦੇ ਨੇ ਇੱਕ ਦੂਜੇ ਨੂੰ ਆਪਣੇ ਪੱਟਾਂ ਦੇ ਮਾਸ, ਘੋੜੇ ਤੇ ਆਪ ਸਾਰਾ ਕੁਝ ਬੜਾ ਜੋ ਇਤਿਹਾਸ ਵਿੱਚ ਆਉਂਦਾ ਹੈ। ਉਸ ਵੇਲੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਇਹਨਾਂ ਦੇ ਨਾਲ ਸਾਥੀਆਂ ਨੂੰ ਹੋਰ ਵੀ ਬੜੇ ਗ੍ਰਿਫਤਾਰ ਕੀਤੇ ਗਏ। ਇਹਨਾਂ ਨੂੰ ਉੱਥੋਂ ਲਾਹੌਰ ਲੈ ਕੇ ਜਾਇਆ ਗਿਆ। ਫਿਰ ਲਾਹੌਰ ਤੋਂ ਫਿਰ ਜਲੂਸ ਦੀ ਸ਼ਕਲ ਵਿੱਚ, ਭਾਵ ਲੋਕੀ ਇਹਨਾਂ ਤੇ ਵੇਖ ਵੇਖ ਕੇ ਹੱਸਣ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁੜਿਆ ਹੋਇਆ ਸੀ, ਪਿੰਜਰੇ ਵਿੱਚ ਕੈਦ ਕੀਤਾ, ਹਾਥੀ ਤੇ ਹੋਰ ਵੀ ਦੱਸਣ ਵਾਲੇ, ਲਿਖਣ ਵਾਲੇ, ਪੱਗ ਬੰਨੀ ਹੋਈ ਲਾਲ ਤਿੱਲੇ ਦੀ, ਐਸੀ ਕੋਈ ਜੈਕਟ ਪਾਈ ਹੋਈ, ਜਿਹਨੂੰ ਵੇਖ ਵੇਖ ਕੇ ਲੋਕੀ ਹੱਸਦੇ ਸਨ। ਹੋਰ ਪਤਾ ਨਹੀਂ ਕਿੰਨੇ ਸਿਰ ਟੰਗੇ ਹੋਏ ਸਨ, ਨੇਜਿਆਂ ਦੇ ਉੱਤੇ ਗੱਡੇ ਭਰੇ ਹੋਏ ਸਨ ਸਿੱਖਾਂ ਦੇ ਸਿਰਾਂ ਦੇ। ਇੱਕ ਨੇਜੇ ਤੇ ਇੱਕ ਮਰੀ ਹੋਈ ਬਿੱਲੀ ਵੀ ਟੰਗੀ ਸੀ। ਇਹ ਕਹਿੰਦੇ ਵੀ ਇੱਕ ਮਰੀ ਬਿੱਲੀ ਵੀ ਨਹੀਂ ਉੱਥੇ ਰਹਿਣ ਦਿੱਤੀ, ਬਾਕੀ ਸਿੱਖਾਂ ਦਾ ਤੇ ਖੁਰਾ ਕੁਝ ਅਸੀਂ ਮਿਟਾਈ ਦਿੱਤਾ ਹੈ। ਜ਼ਕਰੀਆ ਖਾਨ ਵਰਗੇ, ਫਰਕ ਸ਼ੇਖ ਵਰਗੇ ਕਹਿੰਦੇ ਸਨ। ਤੇ ਇਸੇ ਸਥਾਨ ਤੇ ਤੁਹਾਡੇ ਦਿੱਲੀ, ਜਿੱਥੇ ਭਾਈ ਸਾਹਿਬ ਜੀ ਦੱਸ ਰਹੇ ਸਨ, ਪਹਿਲਾਂ 714 ਸ਼ਹੀਦ ਪਹਿਲਾਂ ਕੀਤੇ ਗਏ। ਇਹਨਾਂ ਦਾ ਕੁਝ ਵਕਫਾ ਬਾਅਦ ਵਿੱਚ ਇਹਨਾਂ ਨੂੰ ਲਾਲ ਕਿਲ੍ਹੇ ਵਿੱਚ ਰੱਖਿਆ ਗਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਆਪਾਂ ਸਰਵਣ ਕੀਤਾ ਸੀ ਨਾ, ਉਹਨਾਂ ਦੇ ਆਖਣਗੇ ਆਪਣੇ ਬੇਟੇ ਨੂੰ ਕਤਲ ਕਰੋ,
ਨਹੀਂ ਕੀਤਾ। ਫਿਰ ਉਹ ਆਪ ਉਹਨਾਂ ਨੇ ਸਾਹਮਣੇ ਕਤਲ ਕੀਤਾ। ਉਹਨਾਂ ਦੇ ਬੱਚੇ ਦਾ ਤਫੜਾ ਕਲੇਜਾ ਮੂੰਹ ਵਿੱਚ ਪਾਇਆ ਗਿਆ। ਕਮਾਲ ਹੈ, ਇੰਨਾ ਅਡੋਲ ਸਿੱਖ। ਅੱਜ ਪੁੱਤਰਾਂ ਦੇ ਮੋਹ ਵਿੱਚ ਆਪਾਂ ਕੀ ਕੁਝ ਨਹੀਂ ਕਰ ਬੈਠਦੇ, ਪਰ ਉੱਥੇ ਪੁੱਤਰ ਦਾ ਮੋਹ ਵੀ ਸਿੱਖੀ ਤੋਂ ਡੁਲਾ ਨਾ ਸਕਿਆ। ਸਤਿਗੁਰੂ ਨੇ ਐਸੀ ਰਹਿਮਤ ਬਖਸ਼ਿਸ਼ ਕੀਤੀ। ਉਹ ਬਾਬਾ ਬੰਦਾ ਸਿੰਘ ਬਹਾਦਰ ਬੜਾ ਇਤਿਹਾਸਕਾਰਾਂ ਨੇ ਬੜਾ ਕੁਝ ਐਸਾ ਕੁਝ ਲਿਖਿਆ, ਪਰ ਨਹੀਂ, ਇੰਨਾ ਅਡੋਲ ਜਿਹਨੇ ਆਪਣਾ ਸਿੱਖੀ, ਆਪਣਾ ਸਿਦਕ ਆਪਣੇ ਸਤਿਗੁਰ ਤੋਂ ਕੁਰਬਾਨ ਕੀਤਾ। ਸੱਚਮੁੱਚ ਹੀ ਉਹ ਸੇਵਕ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਇੱਕ ਉਹ ਨੌਜਵਾਨ ਬੱਚੇ ਦੀ ਵੀ ਜਦੋਂ ਸਿੱਖਾਂ ਵਿੱਚ ਸ਼ਾਮਲ ਹੋ ਗਿਆ ਸੀ ਨਾ, ਗੱਲ ਪੜ੍ਹਦੇ ਹਾਂ ਨਾ, ਮਾਂ ਆ ਗਈ ਫਰਖੁਸ਼ਰ ਕੋਲ ਗਈ, ਮੇਰਾ ਪੁੱਤਰ ਸਿੱਖ ਨਹੀਂ ਹੈ, ਭੁਲੇਖੇ ਵਿੱਚ ਆ ਗਿਆ ਹੈ। ਉਹ ਕਹਿੰਦੇ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਨਹੀਂ। ਕਮਾਲ ਹੈ। ਸਿੱਖਾਂ ਨੂੰ ਸ਼ਹੀਦੀਆਂ ਪਾਉਣ ਦਾ ਤੇ ਸ਼ੌਂਕ ਸੀ, ਪਰ ਪਹਿਲਾਂ ਕਈ ਕਹਿੰਦਾ ਪਹਿਲਾਂ ਤੂੰ, ਇੱਥੇ ਕਹਿੰਦੇ ਲੜਨ ਮਰਨ ਨੂੰ ਪਹਿਲਾਂ ਤੂੰ, ਚੌਧਰ ਮੈਨੂੰ ਮਿਲਣੀ ਚਾਹੀਦੀ ਹੈ। ਉੱਥੇ ਚੌਧਰ ਦੀ ਕੋਈ ਭੁੱਖ ਨਹੀਂ, ਕਹਿੰਦਾ ਪਹਿਲਾਂ ਮੈਂ ਸ਼ਹੀਦੀ ਪਾਣੀ ਹੈ, ਪਹਿਲਾਂ ਮੈਂ ਪਾਉਣੀ ਹੈ। ਗੁਰੂ ਕੇ ਪਿਆਰ ਵਾਲੇ, ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਾਪਤੀ, ਜਿਨ੍ਹਾਂ ਨੇ ਜ਼ਿਮੀਂਦਾਰਾ ਸਿਸਟਮ ਖਤਮ ਕਰਕੇ ਸਾਰਿਆਂ ਨੂੰ ਬਰਾਬਰ, ਕਿਤੇ ਜ਼ੁਲਮ ਨਹੀਂ ਹੋਣ ਦਿੱਤਾ। ਤੇ ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੇ। ਉਹ ਸੇਵਕ ਬਣ ਕੇ ਉਹ ਰਸਤਾ ਜਾਣ ਲੈਂਦਾ। ਬਾਬਾ ਬੰਦਾ ਸਿੰਘ ਬਹਾਦਰ ਤੇ ਕਿਰਪਾ ਕੋਈ, ਉਹਨਾਂ ਨੇ ਰਸਤੇ ਨੂੰ ਜਾਣਿਆ। ਤੇ ਜਦੋਂ ਤੋਂ ਸਾਂਝ ਪਾਈ, 8 ਸਾਲ ਇਹ ਸਿੱਖੀ ਨੂੰ ਬਾਖੂਬੀ ਦ੍ਰਿੜਤਾ ਦੇ ਨਾਲ ਪਹਿਰਾ ਦਿੰਦਿਆਂ ਹੋਇਆਂ ਨਿਭਾਇਆ। ਹਰ ਗੁਣ ਸਦ ਹੀ ਆਖ ਵਖਾਣੇ। ਫਿਰ ਉਹ ਪ੍ਰਮਾਤਮਾ ਦੇ ਗੁਣ ਹੀ ਬਾਬਾ ਬੰਦਾ ਸਿੰਘ ਨਾਲ ਪ੍ਰਚਾਰ ਵੀ ਕਰਦੇ ਹੋਣਗੇ। ਉਹ ਗੁਰੂ ਸ਼ਬਦ ਨਾਲ ਜੁੜੋ, ਜਿਸ ਤਰ੍ਹਾਂ ਮੈਂ ਆਪਣਾ ਜੀਵਨ ਜੀਵਿਆ ਇਸ ਤਰ੍ਹਾਂ ਜੀਵਨ ਪਰਉਪਕਾਰੀ ਜੀਵਨ ਜੀਵੋ। ਹਰੀ ਦੇ ਗੁਣ ਆਖਦਾ ਤੇ ਆਖ ਕੇ ਦੂਜਿਆਂ ਨੂੰ ਵੀ ਵਖਿਆਨ ਕਰਕੇ ਵੀ ਦੱਸਦਾ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਸ ਨੇ ਪਰਮਾਤਮਾ ਦੀ ਸੇਵਾ ਕੀਤੀ ਤੇ ਪਰਮਾਤਮਾ ਕਿੱਥੇ ਵਸਦਾ ਹੈ? ਫਰੀਦਾ ਖਾਲਕ ਖਲਕ ਮੈਂ, ਮਹਿਲਾ 5ਵਾਂ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਹੈ। ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ, ਜਾਂ ਤਿਸ ਬਿਨ ਕੋਈ ਨਾ ਹੈ। ਜਿਨ ਹਰ ਸੇਵਿਆ, ਜਿਨਨੇ ਹਰੀ ਪਰਮਾਤਮਾ ਦੀ ਸੇਵਾ ਕੀਤੀ, ਉਹਨੇ ਆਤਮਿਕ ਸੁਖ ਪ੍ਰਾਪਤ ਕਰ ਲਿਆ। ਸਹਿਜੇ ਹੀ ਹਰ ਨਾਮ ਸਮਾਇਆ। ਅਡੋਲ ਅਵਸਥਾ ਵਿੱਚ ਰਹਿ ਕੇ ਹਰੀ ਨਾਮ ਵਿੱਚ ਸਮਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਹਿਜ ਅਵਸਥਾ ਪ੍ਰਾਪਤ ਕੀਤੀ ਤੇ ਕਿੱਥੋਂ ਕੀਤੀ? ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵਜਾਏ। ਯਾਦ ਰੱਖਿਓ, ਸਿੱਖੀ ਦਾ ਇੱਕ ਮਾਰਗ ਹੈ ਤੇ ਇੱਕ ਮੰਜ਼ਿਲ ਹੁੰਦੀ ਹੈ। ਮਾਰਗ ਤੇ ਤੁਰਨਾ, ਫਿਰ ਆਪਾਂ ਮੰਜ਼ਿਲ ਕਹਿੰਦੇ ਹਾਂ, ਮੇਰੀ ਮੰਜ਼ਿਲ ਹੈ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਾਡੇ ਅੰਦਰ ਵੀ ਜਿਨਕਾ ਦਿਨ ਮਨਾਤੇ ਹੋ ਉनको ਜਾਨ ਵੀ ਲੋ, ਜਿਨਕਾ ਦਿਨ ਮਨਾਤੇ ਹੋ ਉਨਕੀ ਮਾਨ ਵੀ ਲੋ। ਸਾਡੇ ਅੰਦਰ ਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਅਡੋਲਤਾ ਆ ਜਾਏ, ਜਿਵੇਂ ਉਹ ਅਡੋਲ ਰਹੇ ਨੇ। ਅਸੀਂ ਤਾਂ ਐਵੇਂ ਡੋਲੀ ਜਾਂਦੇ ਹਾਂ। ਉਹਦੇ ਸਾਹਮਣੇ ਬੱਚੇ ਨੂੰ ਸ਼ਹੀਦ ਸਭ ਤੋਂ ਬੜਾ ਇਹਨੇ ਤਸੀਹੇ ਦਿੱਤੇ ਗਏ। ਅੱਖਾਂ ਕੱਢੀਆਂ ਗਈਆਂ, ਬਾਹਾਂ ਵੱਢੀਆਂ ਗਈਆਂ, ਲੱਤਾਂ ਵੱਢੀਆਂ ਗਈਆਂ, ਕੀ ਕੁਝ ਜਬੂਰਾਂ ਨਾਲ ਮਾਸ ਖਿੱਚਿਆ ਗਿਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਪਹਿਲਾਂ ਮੈਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਤੂੰ ਆਪੇ ਸਭ ਕੁਝ ਕਰਨ ਵਾਲਾ ਹੈ, ਸਭ ਕੁਝ ਤੇਰਾ। ਜੀ ਜਨ ਸਭ ਤੁਧ ਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਸਭ ਕਿਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ ਤੁਧ ਬਿਨ। ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਕਰ ਸਕਦਾ। ਤੂੰ ਕਰ ਕਰ ਵੇਖੇ ਜਾਣੇ ਸੋਏ। ਤੂੰ ਆਪੇ ਕਰ ਕਰਕੇ ਵੇਖਣ ਦਾ ਮਤਲਬ ਕੀ ਹੈ? ਜੋ ਤੂੰ ਕੀਤਾ ਹੈ ਉਹਦੀ ਸੰਭਾਲ ਵੀ ਤੂੰ ਆਪ ਕਰਦਾ ਹੈ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪੈਸ ਵੇਖਾ ਵਾਰ। ਕਰ ਕਰ ਵੇਖੈ, ਕਰ ਕਰਕੇ ਵੇਖਦਾ, ਸਭ ਦੀ ਸੰਭਾਲ ਕਰਦਾ ਹੈ। ਫਿਰ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਧੰਨ ਗੁਰੂ ਰਾਮਦਾਸ ਪਿਤਾ ਜੀ ਫਰਮਾਉਂਦੇ, ਦਾਸ ਨਾਨਕ ਗੁਰੂ ਦੀ ਰਾਹੀਂ ਉਹਦੇ ਅੰਦਰ ਪਰਮਾਤਮਾ ਪ੍ਰਤੱਖ ਤੌਰ ਤੇ ਪ੍ਰਗਟ ਹੋ ਜਾਂਦਾ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ। ਸਤਿਗੁਰ ਮੇਰੇ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਕੇਵਲ ਇਹਨਾਂ ਮਹਾਨ ਗੁਰਸਿੱਖਾਂ ਦੀ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਿੱਕਾ ਚਲਾਇਆ ਗੁਰੂ ਨਾਨਕ ਨਾਲ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰੂ ਕੇ ਪਿਆਰ ਵਾਲਿਓ, ਉਹਨਾਂ ਦੀਆਂ ਕੇਵਲ ਸ਼ਹੀਦੀਆਂ ਪੜ੍ਹਦੇ ਨਾ ਰਹੀਏ। ਅਰਦਾਸ ਕਰੀਏ ਗੁਰੂ ਦੇ ਦਰ ਤੇ, ਸੱਚੇ ਪਾਤਸ਼ਾਹ ਜਿਵੇਂ ਤੁਸੀਂ ਬਾਬਾ ਬੰਦਾ ਸਿੰਘ, ਉਹ ਤੁਹਾਡਾ ਬੰਦਾ ਬਣ ਗਿਆ ਸੀ, ਸਾਨੂੰ ਵੀ ਆਪਣਾ ਬੰਦਾ ਬਣਾ ਲਓ। ਪੜ੍ਹਦੇ ਨਾ ਰਹੀਏ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਅਸੀਂ ਸੱਚਮੁੱਚ ਬੰਦੇ ਬਣ ਜਾਈਏ। ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ। ਹੁਕਮ ਪਛਾਨੇ ਸੋ ਏਕੋ ਜਾਣੈ, ਬੰਦਾ ਕਹੀਏ ਸੋਈ। ਆਓ ਅਸੀਂ ਵੀ ਬੰਦੇ ਬਣ ਕੇ ਬੰਦਿਆਂ ਵਾਲੇ ਕੰਮ ਕਰੀਏ, ਗੁਰਮਤਿ ਦੇ ਮਾਰਗ ਤੇ ਚੱਲੀਏ, ਜੋ ਗੁਰੂ ਸਾਹਿਬ ਨੇ ਸਾਨੂੰ ਮਾਰਗ ਦਰਸਾਇਆ ਹੈ।
ਤਾਂ ਹੀ ਫਿਰ ਅਸੀਂ ਵੀ ਸੇਵਕ ਬਣ ਕੇ ਆਪਣਾ ਜੀਵਨ ਅਸੀਂ ਵੀ ਗੁਰੂ ਵਿੱਚ ਲੀਨ ਹੋ ਸਕਦੇ ਹਾਂ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਲਈ ਦਾਸਰਾ ਖਿਮਾ ਦਾ ਜਾਚਕ ਹੈ। ਇਹ ਤੋਂ ਸਮੁੱਚੇ ਤੌਰ 'ਤੇ ਦਿੱਲੀ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵੀਰ ਨੇ ਸਭ ਦਾ, ਹੋਰ ਇੱਥੋਂ ਦੇ ਸਟਾਫ ਸਭ ਦਾ ਧੰਨਵਾਦ। ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।